सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਪੰਜਾਬ ਪੁਲਿਸ ਵਾਲੇ ਸਟੂਡੈਂਟਸ ਦੇ ਲਈ ਮੌਕ ਟੈਸਟ 1 ਲੈ ਕੇ ਆਈ ਹਾਂ, ਜਿਸ ਦੇ ਵਿੱਚ ਸਾਰੇ ਹੀ ਸਬਜੈਕਟ ਲਏ ਗਏ ਹਨ ਵਿਦ ਪੰਜਾਬੀ ਐਲੀਜੀਬਿਲਿਟੀ ਟੈਸਟ ਤੇ ਆਲ ਸਬਜੈਕਟ ਮੌਕ ਟੈਸਟ ਤੁਹਾਡਾ ਹਰੇਕ ਮੰਡੇ ਨੂੰ ਲਿਆ ਜਾਵੇਗਾ, ਜਿਸ ਦੇ ਵਿੱਚ ਪੰਜਾਬੀ ਐਲੀਜੀਬਿਲਿਟੀ ਟੈਸਟ ਵੀ ਹੋਵੇਗਾ। ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ, ਜੋ ਪੰਜਾਬ ਪੁਲਿਸ ਲਈ ਵੀ ਜ਼ਰੂਰੀ ਆ ਤੇ ਸੇਮ ਉਹੀ ਪੈਟਰਨ ਦੇ ਵਿੱਚ ਅਸੀਂ ਪਹਿਲਾਂ ਪੰਜਾਬੀ ਐਲੀਜੀਬਿਲਿਟੀ ਟੈਸਟ ਕਵਰ ਕਰਾਂਗੇ। ਜੇਕਰ ਇਸ ਵਿੱਚੋਂ ਤੁਸੀਂ 25 ਨੰਬਰ ਲੈਣੇ ਹੋ ਫਿਰ ਹੀ ਤੁਸੀਂ ਮੇਨ ਪੇਪਰ ਦੇ ਲਈ ਕੁਆਲੀਫਾਈ ਮੰਨੇ ਜਾਓਗੇ, ਕਿਉਂਕਿ ਤੁਹਾਡਾ 50 ਨੰਬਰ ਦਾ ਪੇਪਰ ਹੋਣਾ ਹੈ। ਇਸ ਦੇ ਵਿੱਚੋਂ ਜੇਕਰ ਤੁਸੀਂ 25 ਨੰਬਰ ਲੈਣੇ ਹੋ ਯਾਨੀ ਕਿ 50% ਨੰਬਰ ਲੈਣੇ ਹੋ ਫਿਰ ਹੀ ਤੁਸੀਂ ਮੇਨ ਪੇਪਰ ਦੇ ਲਈ ਕੁਆਲੀਫਾਈ ਮੰਨੇ ਜਾਓਗੇ, ਨਹੀਂ ਤਾਂ ਤੁਹਾਡਾ ਮੇਨ ਪੇਪਰ ਚੈੱਕ ਵੀ ਨਹੀਂ ਹੋਵੇਗਾ ਜੇਕਰ ਤੁਹਾਡੇ 25 ਨੰਬਰ ਤੋਂ ਘੱਟ ਆਏ ਪੰਜਾਬੀ ਐਲੀਜੀਬਿਲਿਟੀ ਦੇ ਵਿੱਚੋਂ। ਠੀਕ ਹੈ ਜੀ, ਇਸ ਮੌਕ ਟੈਸਟ ਦੇ ਵਿੱਚ ਮੈਂ ਸਾਰੇ ਹੀ MCQ ਬਹੁਤ ਇੰਪੋਰਟੈਂਟ ਲਏ ਆ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਜ਼ਿਆਦਾਤਰ MCQ ਉਹੀ ਆ ਜਿਹੜੇ ਪਿਛਲੇ ਸਾਲ ਪੰਜਾਬ ਪੁਲਿਸ ਦੇ ਵਿੱਚ ਪੇਪਰ ਦੇ ਵਿੱਚ ਆ ਚੁੱਕੇ ਨੇ। ਠੀਕ ਹੈ, ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਸਟੂਡੈਂਟਸ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ MCQ ਲਏ ਗਏ ਆ, ਤਾਂ ਇਹ ਵੀਡੀਓ ਨੂੰ ਤੁਸੀਂ ਭੁੱਲ ਕੇ ਵੀ ਨਾ ਛੱਡਿਓ। ਪੰਜਾਬੀ ਐਲੀਜੀਬਿਲਿਟੀ ਟੈਸਟ ਵਿੱਚ ਵੀ ਮੈਂ ਉਹੀ MCQ ਐਡ ਕੀਤੇ ਆ ਜਿਹੜੇ ਕਿ 2023 ਦੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ। ਪਹਿਲਾਂ ਅਸੀਂ ਪੰਜਾਬੀ ਐਲੀਜੀਬਿਲਿਟੀ ਟੈਸਟ ਕਰਾਂਗੇ, ਫਿਰ ਆਪਾਂ ਮੇਨ ਪੇਪਰ ਕਵਰ ਕਰਾਂਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ, ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਿੰਨੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਇਹ ਤੁਹਾਨੂੰ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗੇਗਾ। ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ? ਹਾਂਜੀ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਕਾਲੀ ਬੇਈ ਨਦੀ ਦੇ ਵਿੱਚ, ਤੇ ਉੱਥੇ ਉਹਨਾਂ ਨੂੰ ਗਿਆਨ ਦੀ ਜਿਹੜੀ ਪ੍ਰਾਪਤੀ ਹੋਈ ਸੀ ਉਹ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਇਸ ਦਾ ਪ੍ਰਚਾਰ ਕਰਨ ਦੇ ਲਈ ਹੀ ਉਹਨਾਂ ਨੇ ਪੂਰੀ ਦੁਨੀਆ ਤੁਰ ਕੇ ਜਾਂ ਆਪਾਂ ਕਹਿ ਸਕਦੇ ਹਾਂ ਉਦਾਸੀਆਂ ਸ਼ੁਰੂ ਕੀਤੀਆਂ ਸੀ। ਠੀਕ ਹੈ, ਉਦਾਸੀਆਂ ਕੀਤੀਆਂ ਸੀ ਉਹਨਾਂ ਨੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਜੋ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ ਇਸ ਗਿਆਨ ਦਾ ਪ੍ਰਚਾਰ ਕਰਨ ਦੇ ਲਈ। ਤੇ ਗਿਆਨ ਪ੍ਰਾਪਤੀ ਦੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਸੀ 30 ਸਾਲ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ਸੀ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਸਿੱਖ ਧਰਮ ਦੇ ਵਿੱਚ ਸਾਡੇ ਕੀਰਤਨ ਜੋ ਹੁੰਦਾ ਹੈ ਕਿੰਨੀ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਕੀਰਤਨ ਪਰ ਹੁੰਦਾ, ਤਾਂ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ ਸੀ ਸਿੱਖ ਧਰਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਕੀ ਸੀ? ਹਾਂਜੀ, ਇੱਥੇ ਜਿਹੜੇ ਸਟੂਡੈਂਟਸ ਭਾਈ ਜੇਠਾ ਜੀ ਸੋਚ ਰਹੇ ਨੇ, ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਭਾਈ ਜੇਠਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਮ ਸੀ। ਠੀਕ ਹੈ, ਸ਼੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਮ ਸੀ ਭਾਈ ਜੇਠਾ ਜੀ, ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਨਾਮ ਵੀ ਤੁਹਾਨੂੰ ਪੁੱਛ ਸਕਦੇ ਆ, ਤਾਂ ਉਹਨਾਂ ਦਾ ਮੁੱਢਲਾ ਨਾਮ ਸੀ ਤਿਆਗ ਮੱਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਉਦਾਸੀ ਮੱਤ ਦਾ ਸੰਸਥਾਪਕ ਕੌਣ ਸੀ? ਹਾਂਜੀ, ਉਦਾਸੀ ਮੱਤ ਦੇ ਸੰਸਥਾਪਕ ਕੌਣ ਸਨ? ਇਸ ਤੋਂ ਇਲਾਵਾ ਤੁਹਾਨੂੰ MCQ ਇਹ ਆ ਸਕਦਾ ਕਿ ਉਦਾਸੀਆਂ ਦਾ ਵਿਰੋਧ ਕਿਸ ਨੇ ਕੀਤਾ ਸੀ? ਉਦਾਸੀਆਂ ਦਾ ਵਿਰੋਧ ਕੀਤਾ ਸੀ ਬਾਬਾ ਸ਼੍ਰੀ ਚੰਦ ਨੇ, ਤੇ ਇਹਨਾਂ ਨੇ ਹੀ ਬਾਅਦ ਵਿੱਚ ਉਦਾਸੀ ਮੱਤ ਦੀ ਸਥਾਪਨਾ ਵੀ ਕੀਤੀ ਸੀ। ਤਾਂ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਬਾਬਾ ਸ਼੍ਰੀ ਚੰਦ ਉਦਾਸੀ ਮੱਤ ਦੇ ਸੰਸਥਾਪਕ ਸਨ। ਅਗਲਾ ਪ੍ਰਸ਼ਨ, ਕਿਸ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ? ਹਾਂਜੀ, ਗੁਰਮੁਖੀ ਲਿਪੀ ਦੀ ਜਾਂ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਸਭ ਤੋਂ ਪਹਿਲਾਂ ਵਰਤੋਂ ਕੀਤੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਤੇ ਗੁਰਮੁਖੀ ਲਿਪੀ ਦੇ ਸੰਸਥਾਪਕ ਵੀ ਇਹਨਾਂ ਨੂੰ ਹੀ ਮੰਨਿਆ ਜਾਂਦਾ ਕਿ ਗੁਰਮੁਖੀ ਲਿਪੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਵਰਤਿਆ ਸੀ ਗੁਰੂ ਅੰਗਦ ਦੇਵ ਜੀ। ਠੀਕ ਹੈ, ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਸਿੱਖ ਧਰਮ ਵਿੱਚ ਸਰੋਪਾ ਦੀ ਰਸਮ ਕਿਸ ਨੇ ਆਰੰਭ ਕੀਤੀ? ਹਾਂਜੀ,
ਸਿੱਖ ਧਰਮ ਦੇ ਵਿੱਚ ਸਰੋਪਾ ਦੀ ਰਸਮ ਆਰੰਭ ਕੀਤੀ ਆ? ਕਿਹਨਾਂ ਨੇ ਕੀਤੀ ਆ? ਸ਼੍ਰੀ ਗੁਰੂ ਅਮਰਦਾਸ ਜੀ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸਨਮਾਨਿਤ ਕਰਨ ਦੇ ਲਈ ਸਿੱਖ ਧਰਮ ਦੇ ਵਿੱਚ ਸਰੋਪਾ ਦੀ ਜਿਹੜੀ ਰਸਮ ਆ ਉਹ ਅਦਾ ਕੀਤੀ ਜਾਂਦੀ ਆ ਤੇ ਇਸ ਨੂੰ ਸ਼ੁਰੂ ਕੀਤਾ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ। ਅਗਲਾ ਪ੍ਰਸ਼ਨ, ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ? ਹਾਂਜੀ, ਆਨੰਦ ਸਾਹਿਬ ਦੀ ਰਚਨਾ ਕਿਹਨਾਂ ਨੇ ਕੀਤੀ ਸੀ? ਆਨੰਦ ਸਾਹਿਬ ਦੀ ਬਾਣੀ ਉਦੋਂ ਪੜ੍ਹੀ ਜਾਂਦੀ ਆ ਜਦੋਂ ਅਸੀਂ ਕੋਈ ਆਪਣਾ ਕਾਰਜ ਆਰੰਭ ਕਰਨਾ ਹੁੰਦਾ, ਠੀਕ ਹੈ। ਉਸ ਟਾਈਮ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਆਨੰਦ ਸਾਹਿਬ ਦੀ ਬਾਣੀ ਦੀ ਰਚਨਾ ਸ਼੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਲੋਕ ਗੀਤ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ? ਹਾਂਜੀ, ਲੋਕ ਗੀਤ ਘੋੜੀਆਂ ਜਿਹੜੀਆਂ ਕਿ ਮੁੰਡੇ ਦੇ ਵਿਆਹ ਵੇਲੇ ਗਾਈਆਂ ਜਾਂਦੀਆਂ ਨੇ, ਇਸ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ, ਠੀਕ ਹੈ, ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੇ ਗੱਲ ਕਰੀਏ, ਇਹਨਾਂ ਦੇ ਨਾਲ ਰਿਲੇਟਡ ਇੰਪੋਰਟੈਂਟ ਆ ਕਿ ਮੰਜੀ ਪ੍ਰਥਾ ਕਿਹਨਾਂ ਨੇ ਸ਼ੁਰੂ ਕੀਤੀ ਸੀ? ਸ਼੍ਰੀ ਗੁਰੂ ਅਮਰਦਾਸ ਜੀ ਵਿਰਧ ਅਵਸਥਾ ਦੇ ਵਿੱਚ ਗੁਰੂ ਬਣੇ ਸੀ। ਇਹਨਾਂ ਦੇ ਲਈ ਤੁਰ ਫਿਰ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਥੋੜਾ ਔਖਾ ਸੀ, ਤਾਂ ਸ਼੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਦੀ ਸਥਾਪਨਾ ਕਰ ਦਿੱਤੀ ਸੀ, ਜਿਸ ਦਾ ਨਾਮ ਰੱਖਿਆ ਸੀ ਮੰਜੀ ਪ੍ਰਥਾ, ਠੀਕ ਹੈ। ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ 22 ਮੰਜੀਆਂ ਦੀ ਸਥਾਪਨਾ ਕੀਤੀ ਤੇ ਹਰੇਕ ਮੰਜੀ ਦੇ ਮੰਜੀਦਾਰ ਸਥਾਪਿਤ ਕੀਤੇ ਗਏ ਜਿਹੜੇ ਕਿ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ। ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇਹ ਸਥਾਪਿਤ ਕੀਤੇ ਗਏ ਸੀ, ਠੀਕ ਹੈ। ਤੇ ਜੋ ਵੀ ਉੱਥੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਤੇ ਜੋ ਵੀ ਉੱਥੋਂ ਮਾਇਆ ਇਕੱਠੀ ਹੁੰਦੀ ਸੀ ਉਹ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਲਿਆ ਕੇ ਦਿੰਦੇ ਸੀ ਸਿੱਖ ਧਰਮ ਦੇ ਪ੍ਰਚਾਰ ਦੇ ਲਈ, ਧਾਰਮਿਕ ਸਮਾਗਮਾਂ ਦੇ ਲਈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਜੇ ਗੱਲ ਕਰੀਏ, ਇਹਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ, ਠੀਕ ਹੈ। ਮਸੰਦ ਪ੍ਰਥਾ ਦਾ ਮਤਲਬ ਸੀ ਧਾਰਮਿਕ ਕਾਰਜਾਂ ਦੇ ਲਈ ਧਨ ਇਕੱਠਾ ਕਰਨਾ, ਜਿਸ ਨੂੰ ਅੱਗੇ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ ਮਸੰਦ ਪ੍ਰਥਾ। ਅਗਲਾ ਪ੍ਰਸ਼ਨ, ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ? ਹਾਂਜੀ, ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ? ਹਰੇਕ ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਗੁਰੂ ਜੀ ਨੇ ਕਿਹੜਾ ਸ਼ਹਿਰ ਵਸਾਇਆ, ਤੁਹਾਡੇ ਲਈ ਇੰਪੋਰਟੈਂਟ ਆ, ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ। ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ, ਜੋ ਕਿ ਸਿੱਖਾਂ ਦੇ ਚੌਥੇ ਗੁਰੂ ਆ, ਠੀਕ ਹੈ। ਇਹਨਾਂ ਨੇ ਅੰਮ੍ਰਿਤਸਰ ਦਾ ਸ਼ਹਿਰ ਵਸਾਇਆ ਸੀ ਤੇ ਉਸ ਸਮੇਂ ਅੰਮ੍ਰਿਤਸਰ ਦਾ ਨਾਮ ਸੀਗਾ ਰਾਮਦਾਸਪੁਰਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤਾਂ ਰਾਮਦਾਸਪੁਰਾ ਅੰਮ੍ਰਿਤਸਰ ਦਾ ਪੁਰਾਣਾ ਨਾਮ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਖੰਡੂਰ ਸਾਹਿਬ ਦੀ, ਇਹ ਸ਼ਹਿਰ ਵਸਾਇਆ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਤੇ ਗੋਇੰਦਵਾਲ ਦਾ ਸ਼ਹਿਰ ਵਸਾਇਆ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਇਹਨਾਂ ਨੇ ਕਰਤਾਰਪੁਰ ਸ਼ਹਿਰ ਵਸਾਇਆ ਸੀ। ਕਰਤਾਰਪੁਰ ਸ਼ਹਿਰ ਵਸਾਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਠੀਕ ਹੈ, ਤੁਸੀਂ ਯਾਦ ਰੱਖਣਾ। ਇੱਕ ਕਰਤਾਰਪੁਰ ਜਲੰਧਰ ਦੇ ਵਿੱਚ ਵੀ ਪੈਂਦਾ, ਤੁਹਾਨੂੰ ਪਤਾ ਹੋਵੇਗਾ ਆਪਣੇ ਪੰਜਾਬ ਦੇ ਵਿੱਚ। ਇਹ ਕਰਤਾਰਪੁਰ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਇਹ ਪਾਕਿਸਤਾਨ ਦੇ ਵਿੱਚ ਆ। ਜਿਹੜਾ ਕਰਤਾਰਪੁਰ ਜਲੰਧਰ ਦੇ ਵਿੱਚ ਆ ਉਸ ਦੀ ਸਥਾਪਨਾ ਕੀਤੀ ਸੀ ਜਾਂ ਉਹਨਾਂ ਨੂੰ ਵਸਾਇਆ ਸੀ ਉਸ ਕਰਤਾਰਪੁਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤੇ ਸ਼੍ਰੀ ਗੁਰੂ ਜੇਕਰ ਅਸੀਂ ਗੱਲ ਕਰੀਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ, ਤਾਂ ਇਹਨਾਂ ਨੇ ਕਿਹੜਾ ਸ਼ਹਿਰ ਵਸਾਇਆ ਸੀ? ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ। ਅਗਲਾ ਪ੍ਰਸ਼ਨ ਆ ਜੀ, ਆਦਿ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਸੀ? ਹਾਂਜੀ, ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜੇਕਰ ਤੁਹਾਨੂੰ ਇਸ ਤਰ੍ਹਾਂ ਪੁੱਛ ਲਿਆ ਜਾਵੇ ਕਿ ਆਦਿ ਗ੍ਰੰਥ ਨੂੰ ਲਿਖਿਆ ਕਿਹਨਾਂ ਨੇ ਸੀ, ਤਾਂ ਰਾਈਟ ਆਨਸਰ ਹੋਵੇਗਾ ਭਾਈ ਗੁਰਦਾਸ ਜੀ। ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਕੌਣ ਬਣੇ ਸੀ? ਬਾਬਾ ਬੁੱਢਾ ਜੀ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ। ਤੇ ਸਿੱਖ ਧਰਮ ਦੇ ਵਿੱਚ ਸਭ ਤੋਂ ਲੰਬੀ ਬਾਣੀ ਸੁਖਮਨੀ ਸਾਹਿਬ ਆ ਤੇ ਇਸ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਸਿੱਖ ਧਰਮ ਦੇ ਪਹਿਲੇ ਸਿੱਖ ਗੁਰੂ ਕੌਣ ਸਨ? ਸ਼ਹੀਦ ਲਿਖਿਆ, ਠੀਕ ਹੈ। ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਕੌਣ ਸਨ? ਤਾਂ ਸਿੱਖ ਧਰਮ ਦੇ ਵਿੱਚ ਪਹਿਲੇ ਸ਼ਹੀਦ ਹੋਣ ਵਾਲੇ ਸਿੱਖ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ।
ऑप्शन बी इज द राइट आंसर है। ठीक है, श्री गुरु अर्जन देव जी सिख धर्म ਦੇ ਵਿੱਚ ਪਹਿਲੇ ਸ਼ਹੀਦ ਹੋਣ ਵਾਲੇ ਗੁਰੂ ਸੀ। ਇੱਕ ਤੁਹਾਨੂੰ ਆ ਸਕਦਾ ਦਸਵੰਧ ਪ੍ਰਣਾਲੀ। ਦਸਵੰਧ ਪ੍ਰਣਾਲੀ ਨੂੰ ਕਿੰਨਾਂ ਨੇ ਸ਼ੁਰੂ ਕੀਤਾ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਹਰਮੰਦਰ ਸਾਹਿਬ ਦੀ ਜਿਹੜਾ ਨੀਂਹ ਪੱਥਰ ਰੱਖਣ ਦੇ ਲਈ सूफी संत मियाँ मीर जी ਨੂੰ ਸੱਦਾ ਭੇਜਿਆ ਸੀ। ठीक है, ਤੇ सूफी संत मियाँ मीर जी ने हरमंदर साहिब ਦਾ ਨੀਂਹ ਪੱਥਰ ਰੱਖਿਆ ਸੀ ਅੰਮ੍ਰਿਤਸਰ ਦੇ ਵਿੱਚ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਪ੍ਰਸ਼ਨ, ਹਿੰਦ ਦੀ ਚਾਦਰ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ? ਹਾਂਜੀ, ਹਿੰਦ ਦੀ ਚਾਦਰ। ਹਿੰਦ ਦੀ ਚਾਦਰ ਦੇਖੋ, ਜਦੋਂ ਕਸ਼ਮੀਰੀ ਪੰਡਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸੀ ਆਪਣੀ ਫਰਿਆਦ ਲੈ ਕੇ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ, ਤਾਂ ਉਸ ਟਾਈਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ, ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦੇ ਕੋਲ ਹੀ ਬੈਠੇ ਸਨ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਇਸ ਸਮੇਂ ਤਾਂ ਕਿਸੇ ਮਹਾਨ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਆ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਧ ਮਹਾਨ ਮਹਾਪੁਰਸ਼ ਕੌਣ ਹੋ ਸਕਦਾ ਹੈ? ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੀ ਰੱਖਿਆ ਦੇ ਲਈ ਆਪ ਗਏ ਸੀ ਆਪਣੀ ਕੁਰਬਾਨੀ ਦੇਣ ਦੇ ਲਈ। ਠੀਕ ਹੈ, ਤਾਂ ਇਸ ਕਰਕੇ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, 9ਵੇਂ ਗੁਰੂ ਨੂੰ ਕਿਸ ਨੇ ਲੱਭਿਆ ਸੀ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ 8ਵੇਂ ਗੁਰੂ ਸਨ ਗੁਰੂ ਹਰਕ੍ਰਿਸ਼ਨ ਜੀ। ਉਹ ਬਾਲ ਗੁਰੂ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਠੀਕ ਹੈ, ਕਿਉਂਕਿ ਉਹਨਾਂ ਦਾ ਜਨਮ 1656 ਦੇ ਵਿੱਚ ਹੋਇਆ ਤੇ 1661 ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲ ਗਈ ਸੀ, ਜਾਣੀ ਕਿ 5 ਸਾਲ ਦੀ ਉਮਰ ਸੀ ਸਿਰਫ ਉਹਨਾਂ ਦੀ। ਤੇ ਉਸ ਸਮੇਂ ਉਹ ਦਿੱਲੀ ਦੇ ਵਿੱਚ ਮਾਤਾ ਨਿਕਲਣ ਦੇ ਨਾਲ ਉਹਨਾਂ ਦੇ ਉਹ ਜੋਤੀ ਜੋਤ ਸਮਾ ਗਏ ਸੀ। ਜਦੋਂ ਜੋਤੀ ਜੋਤ ਸਮਾਏ ਉਹਨਾਂ ਨੇ ਸਿਰਫ ਇਹੀ ਕਿਹਾ ਸੀ ਬਾਬਾ ਬਕਾਲਾ, ਜਿਸ ਦਾ ਮਤਲਬ ਸੀ ਅਗਲੇ ਗੁਰੂ ਤੁਹਾਨੂੰ ਬਾਬਾ ਬਕਾਲਾ ਦੇ ਵਿੱਚ ਮਿਲਣਗੇ। ਠੀਕ ਹੈ, ਮਤਲਬ ਬਕਾਲਾ ਦੇ ਵਿੱਚ ਮਿਲਣਗੇ। ਤਾਂ ਬਕਾਲਾ ਦੇ ਵਿੱਚ ਬਹੁਤ ਸਾਰੇ ਪਾਖੰਡੀ ਸਾਧੂ ਆਪਣੇ ਆਪ ਨੂੰ ਗੁਰੂ ਬਣਾ ਕੇ ਸਮਾਧੀਆਂ ਲਾ ਕੇ ਬੈਠ ਗਏ ਸੀ ਕਿ ਅਸੀਂ ਗੁਰੂ ਆ। ਉਸੇ ਟਾਈਮ ਇੱਕ ਸੀਗਾ ਵਪਾਰੀ ਮੱਖਣ ਸਾਹ ਲੁਬਾਣਾ, ਉਸਦਾ ਬੇੜਾ ਡੁੱਬ ਰਿਹਾ ਸੀਗਾ। ਉਹ ਵਪਾਰ ਕਰਦਾ ਸੀਗਾ ਤੇ ਉਸਦਾ ਬੇੜਾ ਡੁੱਬ ਰਿਹਾ ਸੀ। ਉਸਨੇ ਇਹ ਫਰਿਆਦ ਮੰਗੀ ਸੀ ਕਿ ਮੇਰਾ ਬੇੜਾ ਪਾਰ ਲਾ ਦਿਓ, ਮੈਂ 500 ਮੂਹਰਾਂ ਚੜਾਵਾਂਗਾ। ਹੁਣ ਉੱਥੇ ਤਾਂ ਬਾਬਾ ਬਕਾਲਾ ਦੇ ਵਿੱਚ ਇੰਨੇ ਪਾਖੰਡੀ ਸਾਧੂ ਬੜੇ ਬੈਠੇ ਸੀ ਗੁਰੂ, ਤਾਂ ਉਹਨਾਂ ਨੇ ਕੀ ਕੀਤਾ ਕਿ ਹਰੇਕ ਗੁਰੂ ਦੇ ਅੱਗੇ 2-2 ਮੂਹਰਾਂ ਰੱਖਣ ਲੱਗ ਗਏ। ਪਰ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ, ਜਦੋਂ ਉਹਨਾਂ ਨੇ 2 ਮੋਹਰਾਂ ਰੱਖੀਆਂ, ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਬਾਕੀ ਦੀਆਂ 498 ਮੋਹਰਾਂ ਕਿੱਥੇ ਆ ਭਗਤਾ? ਤਾਂ ਇਸ ਦੇ ਨਾਲ ਉਹਨਾਂ ਨੇ ਇਹ ਕਿਹਾ ਗੁਰੂ ਲਾ ਦੋ ਰੇ ਕਿ ਮੈਨੂੰ ਗੁਰੂ ਮਿਲ ਗਏ ਨੇ। ਤਾਂ ਉਹ ਕੌਣ ਸੀਗੇ? ਮੱਖਣ ਸਾਹ ਲੁਬਾਣਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਮੱਖਣ ਸਾਹ ਲੁਬਾਣਾ ਨੇ 9ਵੇਂ ਗੁਰੂ ਨੂੰ ਲੱਭਿਆ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਵਾਰ ਲਿਖੀ ਸੀ? ਹਾਂਜੀ, ਸਿੱਖ ਧਰਮ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਆ ਜਿਹੜੀ ਬਹੁਤ ਇੰਪੋਰਟੈਂਟ ਆ, ਮਸ਼ਹੂਰ ਆ, ਚੰਡੀ ਦੀ ਵਾਰ। ਠੀਕ ਹੈ, ਜਿਹੜੀ ਉਹਨਾਂ ਨੇ ਕਿਸ ਮਕਸਦ ਦੇ ਲਈ ਲਿਖੀ ਸੀ ਕਿ ਇਸ ਨੂੰ ਪੜ੍ਹ ਕੇ ਚੰਡੀ ਦੀ ਵਾਰ ਨੂੰ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਿੱਖਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ। ਸਿੱਖ ਹੀ ਨਹੀਂ ਬਲਕਿ ਹਰੇਕ ਪੜ੍ਹਨ ਵਾਲੇ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ। ਉਤਸ਼ਾਹ ਪੈਦਾ ਕਰਨ ਦੇ ਲਈ ਚੰਡੀ ਦੀ ਵਾਰ ਲਿਖੀ ਗਈ ਸੀ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਅਗਲਾ ਪ੍ਰਸ਼ਨ, ਜੇਕਰ ਤੁਹਾਨੂੰ ਵੈਸੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਇੰਪੋਰਟੈਂਟ ਨੇ, 24 ਅਵਤਾਰ ਪੁੱਛ ਲਿਆ ਜਾਂਦਾ, ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਬਾਰੇ ਦੱਸ ਦੇਣਾ ਚਾਹੁੰਦੀ ਹਾਂ ਕਿ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ। ਠੀਕ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਜੀ ਉਹ ਹੈਗੀਆਂ ਨੇ ਜਾਪ ਸਾਹਿਬ, ਅਕਾਲ ਉਸਤਤ, ਚੌਪਈ ਸਾਹਿਬ, ਵਾਰ ਸ਼੍ਰੀ ਭਗਵਤੀ ਜੀ ਕੀ, ਬਚਿੱਤਰ ਨਾਟਕ, ਚਾਰਿਤਰਾ, 24 ਅਵਤਾਰ। ਠੀਕ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ 1699 ਵਿੱਚ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਆਨੰਦਪੁਰ ਵਿਖੇ ਆਨੰਦਗੜ੍ਹ ਦਾ ਕਿਲਾ ਵੀ ਬਣਵਾਇਆ ਸੀ। ਤੇ ਜਫਰਨਾਮਾ ਬਹੁਤ ਇੰਪੋਰਟੈਂਟ ਆ। ਜਫਰਨਾਮਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪੱਤਰ ਲਿਖਿਆ ਸੀ ਔਰੰਗਜ਼ੇਬ ਨੂੰ। ਠੀਕ ਹੈ, ਅਗਲਾ ਪ੍ਰਸ਼ਨ, ਸੱਚ ਦਾ ਵਿਰੋਧੀ ਸ਼ਬਦ ਲਿਖਣਾ ਤੁਸੀਂ ਸੱਚ ਦਾ।
विरोधी शब्द का मतलब हुंदा, देखो अपनी कुदरत दे विच रब ने हरेक चीज़ बनाई है तो उसका ओपोजिट भी बनाया, जिवें कोई अमीर बनाया तो गरीब भी बनाया, ठीक है। तो जे कोई मोटा बनाया तो पतला भी बनाया, तो जे कोई सच्चा बनाया तो झूठा भी बनाया। तो सच का विरोधी शब्द की हो गया? झूठ। ऑप्शन डी इज द राइट आंसर है। अगला प्रश्न, खरीदना का विरोधी शब्द लिखो। हाँ जी, जे आप कोई चीज़ खरीद लेने आ तो अगे दी अगे चल के जो पुरानी हो जाती है तो आप बेच भी दिने। तो खरीदना का विरोधी शब्द की होगा? बेचना। ऑप्शन बी इज द राइट आंसर है। अगला प्रश्न, अंतर का समानार्थक शब्द। हाँ जी, समानार्थक शब्द का मतलब हुंदा कि जिन्हां दे मीनिंग सेम होण, सारे शब्द जिन्हां दे मीनिंग सेम होण। ते हुण अंतर दा इन्हां दे विचों किहड़ा समानार्थक शब्द आ, जानी कि किहड़ा शब्द आ जिसका मीनिंग अंतर आ। जे मैं समानता की गल करां, समानता का मतलब हुंदा समान, अंतर का मतलब हुंदा वा कोई फर्क होना, ठीक है। जां आपां कह सकदे हां माइनस नहीं करते होंगे, आप घटाओ करते होंगे, उन्होंने भी तो आप अंतर ही बोल दिंदे आ, ठीक है। तो अंतर का मतलब हुंदा वा कोई ना कोई फर्क होना। समानता इक्को जिहा निरंतर, इन्हां दे अलग मीनिंग आ, पर इहदे विचों फर्क आ जिहड़ा, इसदा मतलब आ अंतर। अगला प्रश्न, हेठ लिखे शब्दों विचों किहड़ा शब्द समानार्थक नहीं है। हाँ जी, कोई 3 शब्द इक्को जिहे ने जिन्हां दा सेम मीनिंग बन रहा, पर एक शब्द इस तरह का वा जिहड़ा अलग आ। तो जल्दी नाल आंसर कमेंट बॉक्स दे विच सेंड करो। राइट आंसर है जी ऑप्शन नंबर सी, विछोड़ा। मेल, मिलाप ते संजोग, इन्हां तिन्नां दे मीनिंग सेम आ, ये समानार्थक आ, पर जिहड़ा विछोड़ा वा इसका मीनिंग अलग बन रहा है। तो ऑप्शन सी इज द राइट आंसर है। अगला प्रश्न, सही शब्द चुन के मुहावरे पूरे करो। हाँ जी, मुहावरा वा डैश का फर्क होना, 21-22 का, 19-21 का, जां 24-25 का, जां 25-26 का। हाँ जी, जदों आपां गल करते हैं कि फिर थोड़ा बहुता तो फर्क हुंदा ही आ, जिवें आपां कह दिंदे आ कि कोई जुड़वा भैणां ने वो बिल्कुल सेम लग रही ने, ठीक है, पर फिर भी एक का रंग थोड़ा जा सावला है, तो जानी कि इन्ना तो 19-21 का फर्क हुंदा ही आ, आपां इदां बोल दिंदे आ, ठीक है। जदों बहुत थोड़े फर्क की गल दसनी होवे तो आपां बोलदे आ 19-21 का फर्क आ, जां 19-21 का फर्क होना, ठीक है। अगला प्रश्न, उल्टी वाड़ खेत नूं खाए की है। हाँ जी, उल्टी वाड़ खेत नूं खाए, ये मुहावरा वा, वाकंश आ, जां नाम आ, जां अखान आ। हाँ जी, ये है अखान, ठीक है। उल्टी वाड़ खेत नूं खाए, इहदा मतलब की आ जदों रखवाला ही अपनी चीज़ नूं नुकसान पहुँचावे तो उहनूं असीं बोलदे आ उल्टी वाड़ खेत नूं खावे। ऑप्शन सस्सा इज द राइट आंसर है। अगला प्रश्न, जदों ये दसना होवे कि देख सुन के कोई गलत काम करन तो इनकार करना, तो किहड़ा अखान वरतिया जावेगा। हाँ जी, जदों देख सुन के भी कोई गलत काम करन तो इनकार करे तो उस लई किहड़ा अखान वरतांगे? ओ दिन डुब्बा जद घोड़ी चढ़िया कुब्बा, ठीक है। ओ दिन डुब्बिया जद घोड़ी चढ़िया कुब्बा, तो ऑप्शन इत्थे राइट आंसर है ऊड़ा, ठीक है। ओ दिन डुब्बा जद घोड़ी चढ़िया कुब्बा, ठीक है जी, ये तुसीं याद रखना। तो यह अखान किस लिए वरती जाती है, ये भी तुसीं ध्यान च रखना। अगे सही विकल्प चुन के अखान नूं पूरा क्यों। हाँ जी, असीं पूरा करन दी गल कर रहे हैं, पूरा करना है अखान नूं। आपां बोलदे हुंदे आ राह पिया जाणीए जां वाह पिया जाणीए, ठीक है, कि जदों किसी नाल वाह पै जांदा उदों ही किसी दा पता लगदा, पहलां तां असीं ढिड च नहीं वड़े हुंदे। जिवें तुसीं देखो अजकल जदों कोई रिश्ता पक्का हुंदा वा जां कोई ना कोई बाद विच विआह होण तो बाद कोई ना कोई गलती हुंदी, सारे विचोले नूं कहंदे आ, फिर विचोला कह दिंदा मैं किहड़ा ढिड च वड़िया सी, ते वे कि जां राह पिया जाणीए जां वाह पिया जाणीए। तो ऑप्शन आड़ा इज द राइट आंसर कि वाह पए तो ही पता लगदा। अगला प्रश्न, पड़दादा विच किहड़ा अगेतर वरतिया गया है। जदों भी अगेतर पिछेतर आ जाए तो तुसीं प्लस करके देख लियो कि किहड़े 2 शब्दों तो कोई चीज़ जिहड़ी बन रही आ, कोई नवां शब्द क्रिएट हो रहा वा। तो तुसीं देखो दादा, दादा का अलग मीनिंग आ, दूजे शब्द का बस एक मतलब अर्थ बनना चाहिए। जे अगेतर पुछिया वा तो उसके मगरले शब्द का अर्थ निकलना चाहिए वा। मगरला शब्द दादा, दादे का अर्थ हुंदा वा जिवें साडे दादा, साडे पिता जी दे पिता, साडे की लगे दादा, ठीक है। तो दादा शब्द 2 शब्दों तो बनिया,
ਪੜਦਾਦਾ ਸ਼ਬਦ ਦੋ ਸ਼ਬਦਾਂ ਤੋਂ ਬਣਿਆ, ਪੜ ਪਲੱਸ ਦਾਦਾ, ਤਾਂ ਇਹਦਾ ਅਗੇਤਰ ਕੀ ਹੋ ਗਿਆ, ਪੜ। ਪੜ ਤੋਂ ਬਣਿਆ ਨਾ, ਆਪਸ਼ਨ 3 ਇਸ ਦਾ ਰਾਈਟ ਆਨਸਰ ਹੈ ਪੜ। ਅਗਲਾ ਪ੍ਰਸ਼ਨ, ਭਾਈਵਾਲ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ। ਹੁਣ ਆਪਾਂ ਪਿਛੇਤਰ ਦੱਸਣਾ ਤਾਂ ਆਪਾਂ ਦੇਖਾਂਗੇ ਕਿ ਅਗਲੇ ਜਿਹੜਾ ਅੱਗੇ ਸ਼ਬਦ ਲਿਖਿਆ ਵਾ, ਜਿਹੜਾ ਅੱਗੇ ਵਾਲਾ ਸ਼ਬਦ ਆ ਉਹਦਾ ਕੋਈ ਨਾ ਕੋਈ ਮੀਨਿੰਗ ਬਣਨਾ ਚਾਹੀਦਾ। ਠੀਕ ਹੈ, ਤਾਂ ਦੋ ਸ਼ਬਦ ਦੇਖ ਲਓ ਕਿਹਦੇ ਤੋਂ ਬਣ ਰਿਹਾ, ਭਾਈਵਾਲ, ਭਾਈ ਪਲੱਸ ਵਾਲ ਤੋਂ। ਭਾਈ ਦਾ ਅਲੱਗ ਮੀਨਿੰਗ ਆ, ਠੀਕ ਹੈ, ਭਾਈ ਦਾ ਅਲੱਗ ਮੀਨਿੰਗ ਆ। ਜਿਵੇਂ ਹੀ ਮੈਂ ਮਗਰ ਬਾਲ ਲਗਾਤਾ ਤਾਂ ਇਹਦਾ ਅਲੱਗ ਇੱਕ ਨਵਾਂ ਸ਼ਬਦ ਕ੍ਰੀਏਟ ਹੋ ਗਿਆ। ਠੀਕ ਹੈ, ਤਾਂ ਇਹ ਹੋ ਗਿਆ ਪਿਛੇਤਰ। ਭਾਈ ਅਸੀਂ ਬੋਲ ਦਿੰਨੇ ਆ ਭਰਾ ਨੂੰ, ਭਾਈਵਾਲ ਅਸੀਂ ਬੋਲ ਦਿੰਨੇ ਆ ਸਾਂਝੀਵਾਲਤਾ ਨੂੰ। ਤਾਂ ਆਪਸ਼ਨ ਇੱਥੇ 2 ਰਾਈਟ ਆਨਸਰ ਹੈ। ਜਦੋਂ ਅਗੇਤਰ ਪਿਛੇਤਰ ਲਾ ਕੇ ਨਵੇਂ ਸ਼ਬਦ ਕ੍ਰੀਏਟ ਹੁੰਦੇ ਆ, ਤੁਸੀਂ ਉਹਨਾਂ ਨੂੰ ਪਲੱਸ ਪਾ ਕੇ ਦੇਖ ਲਓ। ਜੇ ਅਗੇਤਰ ਪੁੱਛਿਆ ਵਾ ਤਾਂ ਪਿੱਛੇ ਵਾਲੇ ਸ਼ਬਦ ਦਾ ਮੀਨਿੰਗ ਬਣਨਾ ਚਾਹੀਦਾ, ਜੇ ਪਿਛੇਤਰ ਪੁੱਛਿਆ ਤਾਂ ਮੂਹਰੇ ਵਾਲੇ ਸ਼ਬਦ ਦਾ ਮੀਨਿੰਗ ਬਣਨਾ ਚਾਹੀਦਾ। ਮਗਰਲਾ ਵਾ ਜੋ ਤੁਸੀਂ ਦੱਸ ਦੇਣਾ ਕਿ ਅਗੇਤਰ ਆ ਕਿ ਪਿਛੇਤਰ ਆ। ਅਗਲਾ ਪ੍ਰਸ਼ਨ, ਪੰਜਾਬੀ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ। ਹਾਂਜੀ, ਆਪਣੇ ਲਿੰਗ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਹੈਗੀਆਂ ਨੇ ਜੀ 2। ਆਪਸ਼ਨ ਊੜਾ ਇਸ ਦਾ ਰਾਈਟ ਆਨਸਰ ਹੈ। ਇੱਕ ਇਸਤਰੀ ਲਿੰਗ ਤੇ ਇੱਕ ਪੁਲਿੰਗ। ਠੀਕ ਹੈ, ਇਸਤਰੀ ਲਿੰਗ ਦੇ ਵਿੱਚ ਅਸੀਂ ਮਾਦਾ ਦੀ ਗੱਲ ਕਰਦੇ ਹਾਂ, ਪੁਲਿੰਗ ਦੇ ਵਿੱਚ ਅਸੀਂ ਨਰ ਦੀ ਗੱਲ ਕਰਦੇ ਹਾਂ। ਅਗਲਾ ਪ੍ਰਸ਼ਨ, ਘੋੜਾ ਦਾ ਇਸਤਰੀ ਲਿੰਗ ਬਣਾਓ। ਹਾਂਜੀ, ਘੋੜਾ ਸ਼ਬਦ ਆ, ਉਸ ਦਾ ਇਸਤਰੀ ਲਿੰਗ ਬਣਾਉਣਾ। ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿੱਤਾ ਜਾਵੇ। ਘੋੜਾ ਸ਼ਬਦ ਦਾ ਇਸਤਰੀ ਲਿੰਗ ਬਣਾਉਣਾ ਤਾਂ ਘੋੜੇ ਦਾ ਹੋਵੇਗਾ ਘੋੜੀ। ਆਪਸ਼ਨ ਈਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਇੱਕ ਜਾਂ ਇੱਕ ਤੋਂ ਵੱਧ ਚੀਜ਼ਾਂ, ਸਥਾਨਾਂ, ਜੀਵਾਂ ਬਾਰੇ ਦਰਸਾਉਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ, ਇੱਕ ਜਾਂ ਇੱਕ ਤੋਂ ਵੱਧ ਚੀਜ਼ਾਂ, ਸਥਾਨਾਂ, ਜੀਵਾਂ ਬਾਰੇ ਦਰਸਾਉਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ। ਇੱਕ ਜਾਂ ਇੱਕ ਤੋਂ ਵੱਧ ਚੀਜ਼ਾਂ, ਸਥਾਨਾਂ, ਜੀਵਾਂ ਬਾਰੇ ਦਰਸਾਉਣ ਵਾਲੇ ਸ਼ਬਦਾਂ ਨੂੰ ਕਹਿੰਦੇ ਆ, ਕੀ ਬੋਲਦੇ ਆ ਅਸੀਂ, ਬਚਨ ਬੋਲਦੇ ਆ। ਆਪਸ਼ਨ ਆੜਾ ਇਸ ਦਾ ਰਾਈਟ ਆਨਸਰ ਹੈ ਬਚਨ। ਠੀਕ ਹੈ, ਇੱਕ ਜਾਂ ਇੱਕ ਤੋਂ ਵੱਧ ਚੀਜ਼ਾਂ, ਸਥਾਨਾਂ, ਜੀਵਾਂ ਬਾਰੇ ਦਰਸਾਉਣ ਵਾਲੇ ਸ਼ਬਦਾਂ ਨੂੰ ਅਸੀਂ ਬਚਨ ਬੋਲਦੇ ਆ। ਦੇਖੋ ਬਚਨ ਤੋਂ ਅਸੀਂ ਕੀ ਕ੍ਰੀਏਟ ਕਰਦੇ ਆ, ਬਹੁ ਬਚਨ। ਜਿਵੇਂ ਮੈਂ ਲਿਖਿਆ ਰੋਟੀ, ਰੋਟੀ ਦਾ ਮਤਲਬ ਇੱਕ ਰੋਟੀ ਆ। ਠੀਕ ਹੈ, ਜਦੋਂ ਮੈਂ ਲਿਖਤਾ ਰੋਟੀਆਂ, ਇਹਦਾ ਮਤਲਬ ਕੀ ਆ, ਇੱਕ, 2 ਜਾਂ 2 ਤੋਂ ਵੱਧ ਦੀ ਗੱਲ ਹੋ ਰਹੀ ਆ। ਠੀਕ ਹੈ, ਸੇਮ ਇਸੇ ਤਰ੍ਹਾਂ ਜੀਵਾਂ ਦੀ ਜੇ ਗੱਲ ਕਰੀਏ, ਜਿਵੇਂ ਮੈਂ ਲਿਖਿਆ ਕੀੜਾ, ਕੀੜਾ ਦਾ ਬਹੁਵਚਨ ਕੀ ਬਣੂਗਾ, ਕੀੜੇ। ਤਾਂ ਇੱਕ ਜਾਂ ਇੱਕ ਤੋਂ ਵੱਧ ਨੂੰ ਦਰਸਾਉਣ ਲਈ ਅਸੀਂ ਬਚਨ ਦੀ ਵਰਤੋਂ ਕਰਦੇ ਹਾਂ ਜਾਂ ਬਚਨ ਬੋਲਦੇ ਹਾਂ। ਅਗਲਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਵਿੱਚੋਂ ਕਥਾ ਦਾ ਬਹੁਵਚਨ ਚੁਣੋ। ਹਾਂਜੀ, ਕਥਾ ਦਾ ਬਹੁਵਚਨ ਕੀ ਹੋਊਗਾ। ਦੇਖੋ, ਕਥਾ ਦਾ ਅਸੀਂ ਕਥੀਆਂ ਤਾਂ ਨਹੀਂ ਲਿਖਾਂਗੇ। ਠੀਕ ਹੈ, ਕਥਾ ਦਾ ਬਹੁਵਚਨ ਇਹੀ ਬਣਾਉਣਾ ਕਿ ਉਸ ਦਾ ਕੋਈ ਨਾ ਕੋਈ ਮੀਨਿੰਗ ਬਣੇ। ਤਾਂ ਕਥਾ ਦਾ ਕੀ ਹੋਊਗਾ, ਕਥਾਵਾਂ। ਆਪਸ਼ਨ ਆੜਾ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ। ਹਾਂਜੀ, ਵਿਸ਼ਰਾਮ ਚਿੰਨ੍ਹ ਦੀ ਵਰਤੋਂ ਦੇ ਪੱਖੋਂ ਸ਼ੁੱਧ ਵਾਕ ਦੱਸੋ। ਜਦੋਂ ਮੈਂ ਇਸ ਨੂੰ ਧਿਆਨ ਨਾਲ ਦੇਖਦੀ ਹਾਂ ਤਾਂ ਮੈਨੂੰ ਪਤਾ ਲੱਗ ਰਿਹਾ ਇਹ ਵਾਕਾਂ ਦੇ ਵਿੱਚ ਉਹਨੇ ਡੰਡੀ ਅਤੇ ਵਿਸਮਿਕ ਦਾ ਪ੍ਰਯੋਗ ਕੀਤਾ ਹੈ। ਵਿਸਮਿਕ ਦਾ ਪ੍ਰਯੋਗ ਹੁਣ ਕਿੱਥੇ ਹੁੰਦਾ, ਜਿੱਥੇ ਠਹਿਰਾਓ ਪੈਦਾ ਹੋਵੇ। ਜਿਵੇਂ ਆਪਾਂ ਕਹਿੰਦੇ ਆ ਬੱਲੇ ਤੇਰੇ। ਠੀਕ ਹੈ, ਬੱਲੇ ਤੇਰੇ, ਉਸ ਤੋਂ ਬਾਅਦ ਆਪਾਂ ਵਿਸਮਿਕ ਪਾਵਾਂਗੇ, ਫਿਰ ਆਪਾਂ ਕਹਿੰਦੇ ਆ ਤੂੰ ਫਸਟ ਆਈ ਆ। ਠੀਕ ਹੈ, ਕਿ ਮੈਂ ਸੁਣਿਆ ਤੂੰ ਫਸਟ ਆਈ ਆ, ਇਦਾਂ। ਜਾਂ ਆਪਾਂ ਬੋਲਦੇ ਆ ਹਾਏ ਕੀ ਹੋਇਆ, ਤਾਂ ਹਾਈ ਤੋਂ ਬਾਅਦ ਕੀ ਲਾਉਂਗੀ ਮੈਂ, ਵਿਸਮਿਕ। ਜਦੋਂ ਆਪਾਂ ਥੋੜਾ ਜਿਹਾ ਠਹਿਰਾ ਜਾਂਦੇ ਆ, ਸਹਿਮ ਜਾਂਦੇ ਆ, ਹੈਰਾਨੀ ਵਾਲੀ ਜਗ੍ਹਾ ਤੇ ਵਿਸਮਿਕ ਵਰਤਿਆ ਜਾਂਦਾ, ਖੁਸ਼ੀ ਵਾਲੀ ਜਗ੍ਹਾ ਤੇ ਵਿਸਮਿਕ ਵਰਤਿਆ ਜਾਂਦਾ। ਜਿਵੇਂ ਖੁਸ਼ਖਬਰੀ, ਫਿਰ ਆਪਾਂ ਰੁਕ ਜਾਂਦੇ ਆ, ਫਿਰ ਆਪਾਂ ਆਪਣੀ ਅਗਲੀ ਗੱਲ ਬੋਲਦੇ ਆ। ਠੀਕ ਹੈ, ਫਿਰ ਆਪਾਂ ਅੱਗੇ ਬੋਲਦੇ ਆ। ਜਿਵੇਂ ਆਪਾਂ ਜਾਣੀ ਕਿ ਹੁਣ ਆਪਾਂ ਇੱਥੇ ਗੱਲ ਹੋ ਰਹੀ ਆ ਅੱਜ ਕਾਲਜ ਬੰਦ ਰਹੇਗਾ, ਪਰ ਕਿਹਨੂੰ ਦੱਸਿਆ ਜਾ ਰਿਹਾ ਹੈ, ਮੁੰਡਿਆਂ ਨੂੰ। ਪਹਿਲਾਂ ਗੱਲ ਹੋਊਗੀ ਮੁੰਡਿਓ, ਫਿਰ ਵਿਸਮਿਕ ਵਰਤਿਆ ਜਾਊਗਾ। ਅੱਜ ਕਾਲਜ ਬੰਦ ਰਹੇਗਾ ਮਤਲਬ ਵਾਕ ਪੂਰਾ ਹੋ ਗਿਆ, ਫਿਰ ਡੰਡੀ ਵਰਤੀ ਜਾਊਗੀ। ਤਾਂ ਇਹ ਕਿਹੜੇ ਵਾਕ ਦੇ ਵਿੱਚ ਆ, ਆਪਸ਼ਨ ਸੀ 'ਚ। ਇੱਥੇ ਉਹਨੇ ਅੱਜ ਕਾਲਜ ਬੰਦ ਰਹੇਗਾ, ਵਾਕ ਤਾਂ ਪੂਰਾ ਹੋ ਗਿਆ, ਫਿਰ ਵੀ ਵਿਸਮਿਕ ਵਰਤਿਆ, ਇਸ ਕਰਕੇ ਅਸੀਂ ਇਹ ਆਪਸ਼ਨ ਨਹੀਂ ਲਗਾਈ। ਠੀਕ ਹੈ, ਅਗਲਾ ਪ੍ਰਸ਼ਨ, ਸ਼ੁੱਧ ਸ਼ਬਦ ਜੋੜ ਚੁਣੋ। ਹਾਂਜੀ, ਸ਼ੁੱਧ ਸ਼ਬਦ ਜੋੜ ਚੁਣਨਾ ਤੁਸੀਂ, ਜਾਣੀ ਕਿ ਇਹਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਸਹੀ ਢੰਗ ਨਾਲ ਲਿਖਿਆ। ਜਦੋਂ ਮੈਂ ਇਸ ਨੂੰ ਦੇਖਦੀ ਆ, ਦੁਪਹਿਰ ਪਾਇਆ ਨਜ਼ਰ ਆ ਰਿਹਾ, ਪਰ ਜਦੋਂ ਵੀ ਤੁਸੀਂ ਪੇਪਰ ਦੇ ਵਿੱਚ ਆਪਸ਼ਨਸ ਦੇਖੋਗੇ ਨਾ ਤਾਂ ਤੁਸੀਂ ਪਜ਼ਲ ਹੋਵੋਗੇ। ਤੁਸੀਂ ਸਮਝੋ ਬਸ ਆਪਸ਼ਨ ਤੋਂ ਕਿ ਉਹ ਦੁਪਹਿਰ ਪਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਆਪ ਪਾਓ। ਫਿਰ ਦੁਪਹਿਰ,
ਜੇਕਰ ਤੁਹਾਡੀ ਪੰਜਾਬੀ ਚੰਗੀ ਹੈ ਤੁਹਾਨੂੰ ਆਪ ਪਾਓ ਤੇ ਫਿਰ ਦੇਖੋ ਕਿ ਇਹ ਕਿਹੜੀ ਆਪਸ਼ਨ 'ਚ ਆ, ਸੱਸੇ 'ਚ ਆ ਤਾਂ ਆਪਸ਼ਨ ਸੱਸਾ ਲਗਾ ਦਿਓ, ਠੀਕ ਹੈ। ਪਰ ਜੇਕਰ ਤੁਹਾਡੀ ਪੰਜਾਬੀ ਚੰਗੀ ਨਹੀਂ ਗੀ ਫਿਰ ਤੁਸੀਂ ਕੀ ਆ ਸ਼ੁੱਧ ਸ਼ਬਦ ਲਿਖਣ ਦੇ ਲਈ ਲੱਭਣ ਦੇ ਲਈ ਕੀ ਕਰੋਗੇ, ਤੁਸੀਂ ਬੋਲੋਗੇ ਉਹਨੂੰ ਦੁਪਹਿਰ, ਦੁਪਹਿਰ, ਦੂ ਜਦੋਂ ਮੈਂ ਬੋਲ ਰਹੀ ਹਾਂ ਦੁਪਹਿਰ, ਠੀਕ ਹੈ। ਤਾਂ ਮੈਨੂੰ ਬੋਲਣ ਤੋਂ ਹੀ ਪਤਾ ਲੱਗ ਰਿਹਾ ਕਿ ਦੁਪਹਿਰ ਇਸ ਤਰ੍ਹਾਂ ਪੈਣਾ ਹੈ, ਤਾਂ ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ। ਫਿਰ ਤੁਸੀਂ ਉਹਨੂੰ ਬਾਰ-ਬਾਰ ਬੋਲ ਕੇ ਦੇਖੋਗੇ, ਇਹ ਬਣ ਰਿਹਾ ਦੁਪਹਿਰ, ਇਹ ਬਣ ਰਿਹਾ ਦੁਪਹਿਰ, ਇਹ ਬਣ ਰਿਹਾ ਦੁਪਹਿਰ, ਠੀਕ ਹੈ। ਨਹੀਂ ਸਹੀ ਬਣ ਰਿਹਾ ਤਾਂ ਬੋਲ ਕੇ ਦੇਖ ਲਓ। ਅਗਲਾ ਪ੍ਰਸ਼ਨ ਆ, ਮਧਾਣੀ ਸ਼ਬਦ ਨੂੰ ਸ਼ੁੱਧ ਕਰੋ। ਹਾਂਜੀ ਮਧਾਣੀ, ਮਧਾਣੀ ਤੁਸੀਂ ਆਪ ਪਾ ਕੇ ਦੇਖੋ, ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਮਧਾਣੀ ਪਤਾ ਲੱਗ ਰਿਹਾ ਕਿ ਦੱਦਾ ਨਹੀਂ ਧੱਦੇ ਦੀ ਆਵਾਜ਼ ਆ ਰਹੀ ਆ, ਮਧਾਣੀ। ਤਾਂ ਆਪਸ਼ਨ ਕੀ ਆ ਕਿ ਸ਼ੁੱਧ ਕਰਨ ਦੇ ਲਈ ਧੱਦੇ ਕੰਨਾ ਆਉਣਾ, ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਮਾਝੀ ਕੀ ਹੈ। ਹਾਂਜੀ ਸਾਡਾ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੀ ਵੰਡ ਆ ਜਿਹੜੀ ਦਰਿਆਵਾਂ ਦੇ ਆਧਾਰ ਤੇ ਹੋਈ ਆ, ਠੀਕ ਹੈ। ਦਰਿਆਵਾਂ ਦੇ ਆਧਾਰ ਤੇ ਹੋਈ ਆ। ਪੰਜਾਬ ਦੇ ਵਿੱਚ 3 ਦਰਿਆ ਵਗਦੇ ਨੇ, ਕਿਹੜੇ ਕਿਹੜੇ ਵਗਦੇ ਨੇ ਪੰਜਾਬ ਦੇ ਵਿੱਚ? 3 ਦਰਿਆ ਸਤਲੁਜ, ਰਾਵੀ ਅਤੇ ਬਿਆਸ ਵਗਦੇ ਨੇ, ਠੀਕ ਹੈ। ਫਿਰ ਜਿਹੜਾ ਰਾਵੀ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ ਆ ਜਾਂਦਾ, ਰਾਵੀ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ ਹੁੰਦਾ ਨਾ ਇਹ ਵਾਲਾ, ਇਹਨੂੰ ਬੋਲਦੇ ਆ ਮਾਝਾ ਇਲਾਕਾ, ਮਾਝਾ ਇਲਾਕਾ। ਤੇ ਮਾਝੇ ਵਾਲੇ ਹੁਣ ਜੇ ਮਾਝਾ ਇਲਾਕਾ ਵਾ ਤਾਂ ਉਹਨਾਂ ਦੀ ਥੋੜੀ ਬੋਲੀ ਦਾ ਫਰਕ ਹੋਊਗਾ, ਠੀਕ ਹੈ। ਤਾਂ ਮਾਝੇ ਵਾਲੇ ਕੀ ਕਰਨਗੇ, ਬੋਲੀ ਬੋਲਣਗੇ ਮਾਝੀ। ਵੈਸੇ ਤਾਂ ਅਸੀਂ ਪੰਜਾਬ ਆ ਪੰਜਾਬੀ ਬੋਲਦੇ ਆ, ਪਰ ਪੰਜਾਬੀ ਦੀਆਂ ਵੀ ਉਪ ਬੋਲੀਆਂ ਨੇ ਅੱਗੇ, ਤਾਂ ਮਾਝੀ ਕੀ ਆ, ਮਾਝੇ ਵਾਲੇ ਬੋਲਦੇ ਆ ਮਾਝੀ, ਤਾਂ ਆਪਾਂ ਕੀ ਬੋਲਾਂਗੇ ਕਿ ਮਾਝੀ ਇੱਕ ਉਪ ਬੋਲੀ ਆ, ਉਪ ਭਾਸ਼ਾ ਵਾ। ਆਪਸ਼ਨ ਆੜਾ ਇਸ ਦਾ ਰਾਈਟ ਆਨਸਰ ਹੈ, ਠੀਕ ਹੈ। ਮਾਝੀ ਇਸ ਤਰ੍ਹਾਂ ਦੀ ਭਾਸ਼ਾ ਵਾ ਜਿਵੇਂ ਅਸੀਂ ਬੋਲਦੇ ਹਾਂ ਉਸੇ ਤਰ੍ਹਾਂ ਉਸ ਨੂੰ ਲਿਖਦੇ ਹਾਂ। ਦਫ਼ਤਰੀ ਸ਼ਬਦਾਵਲੀ ਦੇ ਲਈ ਮਾਝੀ ਉਪਭਾਸ਼ਾ ਹੀ ਵਰਤੀ ਜਾਂਦੀ ਆ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਆਪਾਂ 3 ਦਰਿਆਵਾਂ ਦੀ ਗੱਲ ਕੀਤੀ ਸੀਗੀ, ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਕਿ ਹੁਣ ਰਾਵੀ ਤੇ ਬਿਆਸ ਦੇ ਵਿਚਕਾਰ ਕਿਹੜੇ ਜ਼ਿਲ੍ਹੇ ਆਉਂਦੇ ਇਹ ਵੀ ਤਾਂ ਪਤਾ ਹੋਣਾ ਚਾਹੀਦਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ। ਫਿਰ ਇੱਕ ਬਿਆਸ ਅਤੇ ਸਤਲੁਜ ਇਲਾਕਾ ਬਣ ਰਿਹਾ, ਬਿਆਸ ਅਤੇ ਸਤਲੁਜ ਦੇ ਵਿਚਕਾਰ ਆਉਂਦੇ ਆ ਜ਼ਿਲ੍ਹੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ। ਇਹ ਲੋਕ ਬੋਲਦੇ ਆ ਦੁਆਬੀ, ਠੀਕ ਹੈ। ਉਸ ਤੋਂ ਬਾਅਦ ਮਾਲਵਾ ਖੇਤਰ ਆ ਜਾਂਦਾ, ਸਤਲੁਜ ਦੇ ਹੇਠਾਂ ਵਾਲਾ ਖੇਤਰ। ਇੱਥੇ ਅਸੀਂ ਇਹ ਸਾਡੇ 15 ਜ਼ਿਲ੍ਹੇ ਬਣ ਜਾਂਦੇ ਆ, ਬਾਕੀ ਦੇ ਜਿੰਨੇ ਵੀ ਜ਼ਿਲ੍ਹੇ ਇਹ 'ਚ ਆਉਂਦੇ ਆ, ਠੀਕ ਹੈ। ਅਸੀਂ ਬੋਲਦੇ ਆ ਮਲਵਈ। ਅਗਲਾ ਪ੍ਰਸ਼ਨ, ਵਾਕ ਵਿੱਚ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ ਨਾਮ, ਮੰਨ ਲਓ ਮੈਂ ਲਿਖਾਂ ਰਾਮ ਰੋਟੀ ਖਾਂਦਾ ਹੈ, ਰਾਮ ਰੋਟੀ ਖਾਂਦਾ ਹੈ, ਠੀਕ ਹੈ। ਇਹ ਮੈਂ ਵਾਕ ਲਿਖਤਾ, ਇਹ ਵਾਕ ਲਿਖ ਕੇ ਮੈਂ ਅਗਲੇ ਵਾਕ 'ਚ ਲਿਖ ਦਿੰਨੀ ਆ ਉਹ ਰੋਟੀ ਖਾਂਦਾ ਹੈ, ਉਹ ਰੋਟੀ ਖਾਂਦਾ ਹੈ। ਤਾਂ ਤੁਸੀਂ ਦੇਖੋ ਇੱਥੇ ਮੈਂ ਰਾਮ ਦੀ ਜਗ੍ਹਾ ਤੇ ਕੀ ਵਰਤਤਾ, ਉਹ ਵਰਤ ਲਿਆ, ਠੀਕ ਹੈ। ਇੱਥੇ ਰਾਮ ਕੀ ਆ, ਨਾਮ ਆ, ਜਿਵੇਂ ਹੀ ਮੈਂ ਨਾਮ ਦੀ ਜਗ੍ਹਾ ਤੇ ਉਹ ਵਰਤ ਲਿਆ ਤਾਂ ਇਹਦਾ ਮਤਲਬ ਕੀ ਆ, ਉਹ ਬਣ ਗਿਆ ਪੜਨਾਮ। ਆਪਸ਼ਨ ਈਡੀ ਇਸ ਦਾ ਰਾਈਟ ਆਨਸਰ ਹੈ। ਨਾਮ ਦੀ ਜਗ੍ਹਾ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਅਸੀਂ ਪੜਨਾਮ ਬੋਲਦੇ ਹਾਂ। ਤਾਂ ਇੱਥੇ ਪੜਨਾਮ ਕਿਹੜਾ, ਉਹ, ਠੀਕ ਹੈ। ਕਿ ਰਾਮ ਰੋਟੀ ਖਾਂਦਾ ਹੈ ਜਾਂ ਆਪਾਂ ਕਹਿ ਦਿੰਦੇ ਆ ਉਹ ਰੋਟੀ ਖਾਂਦਾ ਹੈ। ਅਗਲਾ ਪ੍ਰਸ਼ਨ, ਸ਼ੁੱਧ ਸ਼ਬਦ ਜੋੜ ਚੁਣੋ। ਹਾਂਜੀ ਸ਼ੁੱਧ ਸ਼ਬਦ ਚੁਣਨਾ ਹੈ। ਹੁਣ ਤੁਸੀਂ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਸਾਨੂੰ ਪਤਾ ਲੱਗ ਰਿਹਾ ਆਂਗਨ, ਆਂਗਨ ਕੋਈ ਸ਼ਬਦ ਹੁੰਦਾ, ਜੇ ਅੰਗ ਪਾ ਦਿੰਦੇ ਤਾਂ ਕਹਿ ਦਿੰਦੇ ਕਿ ਸਹੀ ਆ, ਇਹਦਾ ਮੀਨਿੰਗ ਬਣ ਰਿਹਾ। ਅਨਗੁਣ ਵੀ ਨਹੀਂ ਹੁੰਦਾ। ਔਗੁਣ, ਔਗੁਣ, ਔਗੁਣ ਆ ਜਿਹੜਾ ਇਹ ਨਹੀਂ ਹੁੰਦਾ, ਮਤਲਬ ਕਿ ਉਹਨੇ ਔਗੁਣ ਪਾਉਣ ਦੀ ਕੋਸ਼ਿਸ਼ ਕੀਤੀ ਆ, ਠੀਕ ਹੈ, ਔਗੁਣ। ਤਾਂ ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਨਾਮ ਦੀਆਂ ਕਿਸਮਾਂ ਹਨ। ਹਾਂਜੀ ਨਾਮ, ਨਾਮ ਦੀਆਂ ਕਿਸਮਾਂ ਤੁਹਾਡੇ ਲਈ ਇੰਪੋਰਟੈਂਟ ਆ। ਨਾਮ ਦੀਆਂ ਕਿੰਨੀਆਂ ਕਿਸਮਾਂ ਨੇ? ਨਾਮ 5 ਤਰ੍ਹਾਂ ਦੇ ਹੁੰਦੇ ਆ। ਆਪਸ਼ਨ ਊੜਾ ਇਸ ਦਾ ਰਾਈਟ ਆਨਸਰ। ਕਿਹੜੇ ਕਿਹੜੇ ਹੁੰਦੇ ਆ ਹੁਣ ਨਾਮ, ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ, ਇਕੱਲਾ ਨਾਮ ਪਤਾ ਹੋਣਾ ਜ਼ਰੂਰੀ ਨਹੀਂਗਾ। ਨਾਮ 5 ਹੁੰਦੇ ਆ, ਬਹੁਤ ਇੰਪੋਰਟੈਂਟ MCQ ਆ ਇਹ, ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਵੀ ਆ ਚੁੱਕੇ ਆ। ਤਾਂ ਨਾਮ ਆ ਜਿਹੜੇ 5 ਤਰ੍ਹਾਂ ਦੇ ਹੁੰਦੇ ਆ, ਕਿਹੜੇ ਕਿਹੜੇ? ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਵਸਤੂਵਾਚਕ ਨਾਮ, ਭਾਵਵਾਚਕ ਨਾਮ। ਅਗਲਾ ਪ੍ਰਸ਼ਨ, ਮੈਂ, ਤੂੰ ਤੇ ਉਹ ਕਿਹੜੇ ਪੜਨਾਮ ਹਨ? ਹਾਂਜੀ ਦੇਖੋ ਪੜਨਾਮ ਵੀ ਅੱਗੇ ਕਈ ਤਰ੍ਹਾਂ ਦੇ ਹੁੰਦੇ ਆ। ਪੁਰਖਵਾਚਕ ਪੜਨਾਮ ਦੇ ਵਿੱਚ ਨਾ 3 ਪੁਰਖ ਵਰਤੇ ਜਾਂਦੇ ਆ, ਇੱਕ ਉੱਤਮ ਪੁਰਖ, ਇੱਕ ਮੱਧਮ ਪੁਰਖ, ਇੱਕ ਅਨਿਆ ਪੁਰਖ। ਜਿਹੜਾ ਪੁਰਖਵਾਚਕ ਪੜਨਾਮ ਆ ਇਹ ਉਹ ਪੜਨਾਮ ਹੁੰਦਾ ਜਦੋਂ ਅਸੀਂ ਆਪਣੇ ਬਾਰੇ ਗੱਲ ਕਰਦੇ ਆ,
ठीक है, सिर्फ अपने बारे गल कर रहे हैं ਜਾਂ दो बंदियां ਦੇ ਵਿਚਕਾਰਲੀ ਵਾਰਤਾਲਾਪ ਚ ਪੁਰਖ ਵਾਰਕ ਆ ਜਾਂਦਾ ਵਾ। ਤੇ ਮੱਧਮ ਪੁਰਖ ਦੇ ਵਿੱਚ ਜਦੋਂ ਦੋ ਬੰਦੇ ਕਿਸੇ ਆਪਾਂ ਗੱਲ ਕਰਦੇ ਹਾਂ ਮੱਧਮ ਪੁਰਖ ਦੀ, ਠੀਕ ਹੈ, ਤਾਂ ਮੱਧਮ ਪੁਰਖ ਦੇ ਵਿੱਚ ਵੈਸੇ ਇੱਥੇ ਪੁਰਖਵਾਚਕ ਦੀ ਗੱਲ ਹੋ ਰਹੀ ਆ, ਨਿਜਵਾਚਕ ਦੀ ਗੱਲ ਹੋ ਰਹੀ ਆ। ਉਹਨਾਂ ਨੇ ਅੱਗੇ ਪੁਰਖ ਨਹੀਂ ਪੁੱਛੇ ਕਿ ਕਿਹੜੇ ਕਿਹੜੇ ਆ, ਮੈਂ ਤੂੰ ਤੇ ਉਹ, ਠੀਕ ਹੈ। ਤੇ ਅੰਨਿਆ ਪੁਰਖ ਹੁੰਦਾ ਵਾ, ਇੱਕ ਮੱਧਮ ਪੁਰਖ ਹੁੰਦਾ ਵਾ। ਜਦੋਂ ਅੰਨਿਆ ਪੁਰਖ ਦੇ ਵਿੱਚ ਕੀ ਆ ਕਿ ਜਦੋਂ ਕਿਸੇ ਤੀਸਰੇ ਬੰਦੇ ਦੇ ਬਾਰੇ ਗੱਲ ਕੀਤੀ ਜਾਂਦੀ ਆ, ਉਹਦੇ ਬਾਰੇ ਦੱਸਿਆ ਜਾਂਦਾ ਵਾ, ਠੀਕ ਹੈ। ਇਹ ਸੀਗੇ ਸਾਡੇ ਕੋਲੇ ਪੜਨਾਮ ਆ ਜਿਹੜੇ। ਤੇ ਪੜਨਾਮ ਦੇ ਵਿੱਚ ਜੇਕਰ ਮੈਂ ਹੁਣ ਤੁਹਾਨੂੰ ਅੰਨਿਆ ਤੇ ਮੱਧਮ ਦੀ ਗੱਲ ਦੱਸਾਂ, ਉੱਤਮ ਪੁਰਖ ਉਹ ਹੁੰਦਾ ਵਾ ਜਿਹੜਾ ਗੱਲ ਕਰ ਰਿਹਾ, ਜਿਵੇਂ ਉਹ ਕੀ ਵਰਤੂਗਾ, ਮੈਂ ਵਰਤੂਗਾ, ਠੀਕ ਹੈ। ਫਿਰ ਅਸੀਂ, ਮੇਰੇ, ਮੈਨੂੰ, ਮੇਰਾ। ਮੱਧਮ ਪੁਰਖ ਉਹ ਹੁੰਦਾ ਵਾ ਜਿਹੜਾ ਜਿਵੇਂ ਜਦੋਂ ਆਪਾਂ ਕਿਸੇ ਹੋਰ ਦੀ ਗੱਲ ਕਰ, ਜਿਵੇਂ ਆਪਾਂ ਜਿਹਦੇ ਨਾਲ ਗੱਲ ਕਰ ਰਹੇ ਹਾਂ, ਜੋ ਜਿਹਦੇ ਨਾਲ ਗੱਲ ਕਰ ਰਹੇ ਹਾਂ ਉਹਦੇ ਲਈ ਆਪਾਂ ਤੂੰ ਵਰਤਾਂਗੇ, ਤੁਸੀਂ ਵਰਤਾਂਗੇ, ਤੁਹਾਡਾ ਵਰਤਾਂਗੇ, ਤੇਰਾ ਵਰਤਾਂਗੇ, ਤੇਰੇ ਵਰਤਾਂਗੇ। ਅੰਨਿਆ ਪੁਰਖ ਦੇ ਵਿੱਚ ਅਸੀਂ ਕਿਸੇ ਹੋਰ ਦੀ ਗੱਲ ਕਰ ਰਹੇ ਹਾਂ। ਜਦੋਂ ਦੋ ਬੰਦੇ ਕਿਸੇ ਹੋਰ ਦੀ ਗੱਲ ਕਰ ਰਹੇ ਆ ਤਾਂ ਕੀ ਕਹਿਣਗੇ, ਉਹ ਬੋਲਣਗੇ, ਉਹਨਾਂ ਬੋਲਣਗੇ, ਠੀਕ ਹੈ, ਇੰਨਾ ਬੋਲਣਗੇ। ਤਾਂ ਇਹਦਾ ਮਤਲਬ ਕੀ ਹੈ, ਪੁਰਖ ਦੀ ਗੱਲ ਹੋ ਰਹੀ ਹੈ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਭਾਵਵਾਚਕ ਨਾਮ ਚੁਣੋ। ਭਾਵਵਾਚਕ ਨਾਮ ਕਿਹੜਾ ਹੁੰਦਾ ਵਾ, ਜਿਹੜਾ ਸਾਡੇ ਅਨੁਭਵ ਦੇ ਨਾਲ ਜੁੜਿਆ ਹੁੰਦਾ ਵਾ। ਜਾਨੀ ਕਿ ਜਿਵੇਂ ਆਪਾਂ ਗੱਲ ਕਰੀਏ, ਇੱਕ ਮੈਂ ਬੋਲਾਂ ਤੁਹਾਨੂੰ ਕਿ ਉਹ ਸੱਚ ਬੋਲ ਰਿਹਾ ਏ, ਠੀਕ ਹੈ, ਜਾਂ ਫਿਰ ਕੌੜਾ ਏ, ਜਾਂ ਦੁੱਖ ਸੁੱਖ, ਇਹ ਸਾਰੇ ਕੀ ਆ, ਭਾਵ ਦੇ ਨਾਲ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਉਸ ਦੇ ਨਾਲ ਰਿਲੇਟਿਡ ਨੇ। ਤਾਂ ਭਾਵਵਾਚਕ ਹੋ ਗਿਆ ਇਹਦੇ ਵਿੱਚੋਂ ਮੋਤੀ, ਸ਼ਹਿਰ, ਦੁੱਧ। ਇਹ ਭਾਵਵਾਚਕ ਨਹੀਂ ਗਾ, ਇਹ ਕੀ ਆ ਗਏ, ਦੁੱਧ ਆ ਜਿਹੜਾ ਇਹ ਇੱਕ ਵਸਤੂਵਾਚਕ ਹੋ ਗਿਆ, ਠੀਕ ਹੈ। ਸ਼ਹਿਰ ਦੀ ਗੱਲ ਕਰੀਏ ਤਾਂ ਇਹ ਕੀ ਆ, ਆਮ ਨਾਮ ਹੋ ਗਿਆ, ਆਮ ਨਾਮ ਹੀ ਆ ਸ਼ਹਿਰ, ਠੀਕ ਹੈ। ਮੋਤੀ ਦੀ ਗੱਲ ਕਰੀਏ ਖਾਸ ਨਾਮ ਹੋ ਗਿਆ, ਯਾਨੀ ਕਿ ਕਿਸੇ ਬੰਦੇ ਦਾ ਨਾਮ ਹੋ ਸਕਦਾ ਮੋਤੀ, ਠੀਕ ਹੈ, ਕਿਸੇ ਖਾਸ ਬੰਦੇ ਦੀ ਗੱਲ ਹੋ ਰਹੀ ਆ। ਤਾਂ ਇੱਥੇ ਜੇਕਰ ਆਪਾਂ ਗੱਲ ਕਰੀਏ, ਜੇ ਵੈਸੇ ਮੋਤੀ ਹੋਇਆ ਤਾਂ ਮੋਤੀ ਤਾਂ ਕਈ ਤਰ੍ਹਾਂ ਦੇ ਹੁੰਦੇ ਆ ਨਾ, ਤਾਂ ਜੇਕਰ ਉਹ ਮੋਤੀ ਹੋਇਆ ਜਿਵੇਂ ਆਪਾਂ ਸਟੋਨ ਵਾਲੀ ਗੱਲ ਕਰੀਏ ਤਾਂ ਫਿਰ ਇਹਨੂੰ ਅਸੀਂ ਆਮ ਨਾਮ ਜਾਂ ਵਸਤੂਵਾਚਕ ਨਾਮ 'ਚ ਹੀ ਰੱਖਾਂਗੇ। ਤਾਂ ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ, ਖੁਸ਼ੀ। ਅਗਲਾ ਜੀ, ਉਸ ਦੀ ਪੱਗ ਦਾ ਰੰਗ ਲਾਲ ਹੈ, ਵਾਕ ਵਿੱਚ ਵਿਸ਼ੇਸ਼ਣ ਚੁਣੋ। ਵਿਸ਼ੇਸ਼ਣ ਕੀ ਹੁੰਦੇ ਆ, ਜਦੋਂ ਅਸੀਂ ਕਿਸੇ ਦੀ ਵਿਸ਼ੇਸ਼ਤਾ ਦੱਸਦੇ ਹਾਂ, ਜਾਣੀ ਕਿ ਜਾਂ ਉਹ ਗੋਰਾ ਹੈ ਤਾਂ ਉਹ ਗੋਰਾ ਹੈ, ਮਤਲਬ ਉਹਦੀ ਮੈਂ ਵਿਸ਼ੇਸ਼ਤਾ ਦੱਸਦੀ ਕਿ ਉਹ ਰੰਗ ਦਾ ਗੋਰਾ ਹੈ। ਉਹ ਹੁਸ਼ਿਆਰ ਹੈ ਤਾਂ ਉਹਦੀ ਮੈਂ ਵਿਸ਼ੇਸ਼ਤਾ ਦੱਸਦੀ ਕਿ ਉਹ ਪੜ੍ਹਨ ਦੇ ਵਿੱਚ ਹੁਸ਼ਿਆਰ ਆ, ਜਾਂ ਜਿਵੇਂ ਵੀ ਹੈ ਉਹ ਹੁਸ਼ਿਆਰ ਆ, ਠੀਕ ਹੈ। ਹੁਣ ਉਸ ਦੀ ਪੱਗ ਲਾਲ ਹੈ, ਪੱਗ ਦਾ ਰੰਗ ਲਾਲ ਹੈ, ਤਾਂ ਮਤਲਬ ਇੱਥੇ ਵਿਸ਼ੇਸ਼ਤਾ ਦੱਸ ਰਹੇ ਹਾਂ ਪੱਗ ਦੀ। ਕੀ ਵਿਸ਼ੇਸ਼ਤਾ ਵਾ ਕਿ ਉਹ ਲਾਲ ਰੰਗ ਦੀ ਆ। ਆਪਸ਼ਨ ਡੀ ਆਨਸਰ ਹੈ। ਅਗਲਾ ਪ੍ਰਸ਼ਨ, ਲਗਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਹਾਂਜੀ, ਲਗਾਵਾਂ ਜਿਹੜੀਆਂ ਪੰਜਾਬੀ ਦੇ ਵਿੱਚ 10 ਹੁੰਦੀਆਂ ਨੇ। ਇੱਕ ਮੁਕਤਾ, ਠੀਕ ਹੈ, ਫਿਰ ਕੰਨਾ ਵੀ ਇੱਕ ਲਾਗਾ, ਠੀਕ ਹੈ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕੰਨਾਂ ਤੋਂ ਬਾਅਦ ਵਿਹਾਰੀ, ਸ਼ਿਹਾਰੀ, ਠੀਕ ਹੈ, ਇਹ ਵੀ ਕੀ ਆ, ਲਾਗਾ। ਔਂਕੜ, ਫਿਰ ਦੁਲੈਂਕੜ, ਫਿਰ ਲਾਮਾ, ਫਿਰ ਦੁਲਾਮਾ, ਫਿਰ ਹੋੜਾ ਤੇ ਫਿਰ ਕਨੋੜਾ। ਇਹ ਸਾਰੀਆਂ ਕੀ ਨੇ, ਲਗਾ ਨੇ, ਤੇ ਇਹਨਾਂ ਦੀ ਗਿਣਤੀ ਹੁੰਦੀ ਆ 10। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਗੁਰਮੁਖੀ ਵਿੱਚ ਜਿਨ੍ਹਾਂ ਅੱਖਰਾਂ ਦੀ ਵਰਤੋਂ ਪੈਰ ਵਿੱਚ ਕੀਤੀ ਜਾਂਦੀ ਹੈ ਉਹ ਕਿਹੜੇ ਹਨ। ਹਾਂਜੀ, ਗੁਰਮੁਖੀ ਲਿਪੀ ਦੇ ਵਿੱਚ ਕਿਹੜੇ ਅੱਖਰਾਂ ਦੀ ਵਰਤੋਂ ਪੈਰ ਦੇ ਵਿੱਚ ਕੀਤੀ ਜਾਂਦੀ ਆ, ਜਿਵੇਂ ਮੈਂ ਇੱਥੇ ਲਿਖਿਆ ਪ੍ਰੀਤੀ, ਸਵੈਮਾਨ, ਠੀਕ ਹੈ, ਤੇ ਪੜ। ਤਾਂ ਕਿਹੜੇ ਅੱਖਰ ਆ ਜਿਨ੍ਹਾਂ ਦੀ ਵਰਤੋਂ ਪੈਰ 'ਚ ਹੋਈ ਆ, ਰਾਰਾ, ਵਾਵਾ ਤੇ ਹਾਹਾ। ਤਾਂ ਆਪਸ਼ਨ ਕਿਹੜੀ ਰਾਈਟ ਹੋਊਗੀ, ਰਾਰਾ, ਹਾਹਾ, ਵਾਵਾ। ਆਪਸ਼ਨ ਏ ਰਾਈਟ ਆ, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਵਾਵੇ ਦੀ ਜਗ੍ਹਾ ਮੰਮੇ ਦਾ ਉਪਯੋਗ ਕਿਹੜੀ ਉਪਬੋਲੀ ਵਿੱਚ ਕੀਤਾ ਜਾਂਦਾ ਹੈ। ਹਾਂਜੀ, ਵਾਵੇ ਦੀ ਜਗ੍ਹਾ ਮੰਮੇ ਦਾ ਉਪਯੋਗ ਕਿਹੜੀ ਉਪਬੋਲੀ ਦੇ ਵਿੱਚ ਅਸੀਂ ਕਰਦੇ ਹਾਂ। ਤਾਂ ਵਾਵੇ ਦੀ ਜਗ੍ਹਾ ਮੰਮੇ ਦਾ ਉਪਯੋਗ ਅਸੀਂ ਕਰਦੇ ਹਾਂ ਮਲਵਈ ਵਾਲੇ, ਠੀਕ ਹੈ। ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਮੈਂ ਬੋਲ ਰਹੀ ਹਾਂ ਜਿਵੇਂ, ਕਿਉਂਕਿ ਅਸੀਂ ਮਲਵਈ ਚਾਹੁੰਦੇ ਹਾਂ, ਠੀਕ ਹੈ। ਤਾਂ ਵੈਸੇ ਆਪਾਂ ਜਦੋਂ ਪਾਈਏ ਤਾਂ ਪਾਉਂਦੇ ਆਪਾਂ ਜਿਵੇਂ। ਤਾਂ ਇਹਦੇ ਵਿੱਚ ਰਾਈਟ ਆਨਸਰ ਹੈ ਮਲਵਈ। ਵਾਵੇ ਦੀ ਜਗ੍ਹਾ ਮੰਮੇ ਦਾ ਉਪਯੋਗ ਮਲਵਈ ਦੇ ਵਿੱਚ ਕੀਤਾ ਜਾਂਦਾ ਹੈ, ਠੀਕ ਹੈ। ਮਲਵਈ ਉਪਬੋਲੀ ਵਾਲੇ ਅਸੀਂ ਕਰਦੇ ਹਾਂ, ਵਾਵੇ ਦੀ ਜਗ੍ਹਾ ਮੰਮਾ। ਹੋਰ ਵੀ ਆ ਸਕਦਾ ਵਾ ਕੁਛ ਵੀ ਇੱਥੇ, ਜਿਵੇਂ ਕੋਈ ਵਾਵੇ ਵਾਲਾ ਤੁਸੀਂ ਹੋਰ ਅੱਖਰ ਸੋਚੋ ਆਪਦੇ ਆਪ। ਇੱਥੇ ਆਪਾਂ ਗੱਲ ਕਰੀਏ ਮਲਵਈ ਦੀ, ਤਾਂ ਮਲਵਈ ਦੇ ਵਿੱਚ ਵਾਵੇ ਦੀ ਜਗ੍ਹਾ ਤੇ ਮੰਮਾ ਬੋਲਿਆ ਜਾਂਦਾ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਵਰਤਮਾਨ ਸਮੇਂ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ। ਹਾਂਜੀ, ਗੁਰਮੁਖੀ ਲਿਪੀ ਦੇ ਵਿੱਚ 35 ਅੱਖਰ।
ਪਹਿਲਾਂ ਸੀ 35 ਅੱਖਰ। ठीक है, ਹੁਣ ਐਟ ਪ੍ਰੈਜ਼ੈਂਟ ਕਿੰਨੇ ਆ? 6 ਨਵੇਂ ਐਡ ਹੋਏ ਆ। ਕਿਹੜੇ ਹੋਏ ਆ? ਪੈਰ ਚ ਬਿੰਦੀ ਵਾਲੇ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ। ਇਹ ਅਸੀਂ ਅਰਬੀ ਫਾਰਸੀ ਤੋਂ ਲਏ ਆ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ठीक है, जिज्जे पैर बिंदी, उस तो बाद फफे पैर बिंदी ते लल्ले पैर बिंदी। ਇਹ ਸ਼ਬਦ ਲਏ ਆ ਅਸੀਂ 6 ਜਿਹੜੇ ਅਸੀਂ ਅਰਬੀ ਫਾਰਸੀ ਤੋਂ ਲਏ ਆ। ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਅੱਖਰ ਅਸੀਂ ਲਏ ਕਿਉਂ ਆ? ਕਿਉਂਕਿ ਸਾਨੂੰ ਇਹਨਾਂ ਦੀ ਲੋੜ ਪਈ। ਫੋਰ ਐਗਜ਼ਾਮਪਲ ਜਿਵੇਂ ਮੈਂ ਇੱਥੇ ਲਿਖਿਆ ਬੋਲੀ, ਇਹ ਕੀ ਆ? ਬੋਲੀ, ਯਾਨੀ ਕਿ ਕੋਈ ਭਾਸ਼ਾ ਜੋ ਮੈਂ ਬੋਲ ਰਹੀ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਇਹ ਮੇਰੀ ਬੋਲੀ ਆ। ਠੀਕ ਹੈ, ਜਿਵੇਂ ਹੀ ਮੈਂ ਪੈਰ 'ਚ ਰਾਰਾ ਪਾ ਸੌਰੀ ਲੱਲੇ ਦੇ ਪੈਰ 'ਚ ਬਿੰਦੀ ਪਾਤੀ ਤਾਂ ਇਹ ਬਣ ਗਿਆ ਬੋਲੀ। ਬੋਲੀ ਕੀ ਹੁੰਦਾ? ਜਿਹਨੂੰ ਕੰਨਾਂ ਤੋਂ ਨਾ ਸੁਣਦਾ ਹੋਵੇ। ਮਤਲਬ ਬਿੰਦੀ ਵਾਲੇ ਅੱਖਰ ਆ ਜਿਹੜੇ, ਸਾਨੂੰ ਕੁਝ ਅੱਖਰਾਂ ਦੇ ਲਈ ਇਹਨਾਂ ਦੀ ਲੋੜ ਪਈ। 6 ਅੱਖਰ ਅਸੀਂ ਬਾਅਦ 'ਚ ਐਡ ਕੀਤੇ ਆ ਤਾਂ ਇਹ ਬਣ ਗਏ ਟੋਟਲ 41 ਅੱਖਰ ਵਰਤਮਾਨ ਸਮੇਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਰੋਸ਼ਨੀ ਦਾ ਮੇਲਾ ਹਰ ਸਾਲ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ? ਹਾਂਜੀ, ਪੰਜਾਬ ਦੇ ਵਿੱਚ ਰੋਸ਼ਨੀ ਦਾ ਮੇਲਾ ਹੁਣ ਵੀ ਚੱਲ ਰਿਹਾ ਹੈ। ਰੋਸ਼ਨੀ ਦਾ ਮੇਲਾ ਕਿੱਥੇ ਚੱਲ ਰਿਹਾ ਹੈ? ਜਗਰਾਉਂ ਚੱਲ ਰਿਹਾ ਹੈ। ਠੀਕ ਹੈ, ਤੇ ਇਹ ਜਿਹੜਾ ਮੇਲਾ ਵਾ ਜਗਰਾਉਂ ਲੱਗਦਾ ਹੈ। ਰੋਸ਼ਨੀ ਦਾ ਮੇਲਾ ਜਗਰਾਉਂ ਲੱਗਦਾ ਹੈ। ਠੀਕ ਹੈ, ਤੇ ਜਗਰਾਉਂ ਕਿਹੜੇ ਜ਼ਿਲ੍ਹੇ 'ਚ ਆਉਂਦਾ? ਆਪਸ਼ਨ ਬੀ ਲੁਧਿਆਣਾ ਦੇ ਵਿੱਚ ਆਉਂਦਾ। ਠੀਕ ਹੈ, ਜਿਹੜਾ ਰੋਸ਼ਨੀ ਦਾ ਮੇਲਾ ਵਾ ਇਸ ਵਾਰ ਤੁਸੀਂ ਦੇਖੋ ਸ਼ੁਰੂ ਹੋਇਆ ਵਾ 26 ਫਰਵਰੀ ਤੋਂ। ਠੀਕ ਹੈ, 26-27 ਫਰਵਰੀ ਤੋਂ ਸ਼ੁਰੂ ਹੋਇਆ ਹੈ ਤੇ ਹੁਣ ਉਹ ਕੱਲ ਖਤਮ ਹੋਣ ਵਾਲਾ ਹੈ, ਜਾਣੀ ਕਿ ਮਾਰਚ ਨੂੰ ਖਤਮ ਹੋਵੇਗਾ। ਕਿੰਨੀ ਮਾਰਚ ਨੂੰ ਖਤਮ ਹੋਣਾ ਵਾ? ਤਾਂ ਇਹ ਖਤਮ ਹੋਵੇਗਾ 2 ਮਾਰਚ ਨੂੰ। 3-4 ਦਿਨ ਲੱਗਿਆ ਹੀ ਰਹਿੰਦਾ ਮੇਲਾ। ਤੇ ਜੇਕਰ ਅਸੀਂ ਉੱਥੇ ਗੱਲ ਕਰੀਏ, ਮਤਲਬ ਕਿ ਜਿਹੜਾ ਉੱਥੇ ਮੇਲੇ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਭਾਰੀ ਇਕੱਠ, ਤੇ ਉਹ ਤਾਂ ਘੱਟੋ ਘੱਟ 15 ਦਿਨ ਹੀ ਰਹਿੰਦਾ ਵਾ, ਕਿਉਂਕਿ ਮੇਲਾ ਇੰਨਾ ਭਾਰਾ ਲੱਗਦਾ ਇੱਥੇ। ਤਾਂ ਅੱਗੇ ਗੁਰਮੁਖੀ ਵਿੱਚ ਸਵਰ ਅੱਖਰ ਕਿੰਨੇ ਹਨ? ਹਾਂਜੀ, ਗੁਰਮੁਖੀ ਦੇ ਵਿੱਚ ਸਵਾਰਾ ਊੜਾ, ਆੜਾ, ਈੜੀ ਸਵਰ ਆ ਜੀ 3। ਬਾਕੀ ਸੱਸੇ ਤੋਂ ਡਾੜੇ ਤੱਕ ਸਾਰੇ ਵਿਅੰਜਨ ਆ। ਠੀਕ ਹੈ, ਤੇ ਇਹ ਸਾਰੇ ਇਹ ਜਿਹੜੇ ਹੈਗੇ ਆ 3 ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਪੰਜਾਬ ਦੀ ਕੇਂਦਰੀ ਭਾਸ਼ਾ ਕਿਹੜੀ ਹੈ? ਹਾਂਜੀ, ਹੁਣ ਇੱਥੇ ਕੇਂਦਰੀ ਭਾਸ਼ਾ ਦੀ ਜੇ ਅਸੀਂ ਗੱਲ ਕਰੀਏ, ਵੈਸੇ ਤਾਂ ਪੰਜਾਬੀ ਹੋਈ ਆ। ਠੀਕ ਹੈ, ਪਰ ਕੇਂਦਰੀ ਭਾਸ਼ਾ ਕਿਹੜੀ ਆ? ਮਾਝੀ ਆ। ਮੈਂ ਤੁਹਾਨੂੰ ਦੱਸਿਆ ਸੀ ਕਿ ਮਲਵਈ ਵਾਲੇ ਅਸੀਂ ਵਾਵੇ ਨੂੰ ਮੰਮਾ ਬੋਲ ਦਿੰਨੇ ਆ, ਪਰ ਮਾਝੀ ਵਾਲੇ ਜਿਵੇਂ ਆਪਾਂ ਬੋਲਦੇ ਆ ਉਵੇਂ ਹੀ ਲਿਖਦੇ ਆ। ਠੀਕ ਹੈ, ਤਾਂ ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਬੋਲੀ ਕਿਹੜੀ ਹੈ? ਹਾਂਜੀ, ਪੰਜਾਬ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਬੋਲੀ ਆ ਮਲਵਈ। ਆਪਸ਼ਨ ਈਡੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਮਲਵਈ ਆ ਜਿਹੜੀ 15 ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਆ। ਦੁਆਬੀ ਅਤੇ ਮਾਝੀ 4-4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ। ਪੋਠੋਹਾਰੀ ਪਾਕਿਸਤਾਨ ਦੀ ਉਪਬੋਲੀ ਆ, ਪਰ ਪਾਕਿਸਤਾਨ ਦੇ ਨਾਲ ਬਾਰਡਰ ਦੇ ਨਾਲ ਜਿਹੜੇ ਪੰਜਾਬ ਦੇ ਕੁਝ ਪਿੰਡ ਲੱਗਦੇ ਆ ਉਹਨਾਂ 'ਚ ਪੋਠੋਹਾਰੀ ਦਾ ਇਸਤੇਮਾਲ ਹੁੰਦਾ ਹੈ। ਹਾਂਜੀ, ਹੁਣ ਅਸੀਂ ਕਰਦੇ ਹਾਂ ਤੁਹਾਡਾ ਮੇਨ ਪੇਪਰ, ਜਿਹਦੇ ਵਿੱਚ ਸਾਰੇ ਹੀ ਸਬਜੈਕਟ ਲਏ ਗਏ ਹਨ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਕਿਸ ਨੇ ਰੱਖੀ ਸੀ? ਹਾਂਜੀ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ। ਮੈਂ ਆਪਸ਼ਨ ਬੋਲ ਦਿਆ ਕਰਾਂਗੀ, ਜਿਸ ਦੇ ਨਾਲ ਕੀ ਹੈ ਕਿ ਤੁਹਾਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਆਪ ਅਟੈਂਪਟ ਕਰਨ ਦੇ ਲਈ ਸਮਾਂ ਮਿਲ ਜਾਵੇਗਾ। ਤੁਸੀਂ ਆਪਣੀਆਂ ਆਪਸ਼ਨਸ ਆ ਜਿਹੜੀਆਂ ਰਾਈਟ ਆਪਸ਼ਨ ਆ, ਚਾਹੇ ਜੋ ਤੁਹਾਡੇ ਮਾਈਂਡ 'ਚ ਤੁਹਾਨੂੰ ਲੱਗਦਾ ਸਹੀ ਆ, ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਕਾਪੀ ਪੈਨ ਉਠਾ ਕੇ ਕਾਪੀ 'ਤੇ ਲਿਖ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਮੈਚ ਕਰਨਾ ਤੇ ਲਾਸਟ 'ਤੇ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ MCQ ਸਹੀ ਗਏ। ਤਾਂ ਅਗਲਾ MCQ ਅਸੀਂ ਕਰਦੇ ਹਾਂ, ਧਾਰਮਿਕ ਕਾਰਜਾਂ ਲਈ ਮਸੰਦ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ? ਹਾਂਜੀ, ਧਾਰਮਿਕ ਕਾਰਜਾਂ ਦੇ ਲਈ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਰਾਮਦਾਸ ਜੀ ਨੇ, ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਤੇ ਜਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਹਾਂਜੀ, ਜੋ ਧਾਰਮਿਕ ਕਾਰਜਾਂ ਦੇ ਲਈ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ, ਇਹ ਸ਼ੁਰੂ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ, ਜਿਸ ਨੂੰ ਅੱਗੇ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ। ਠੀਕ ਹੈ, ਤੁਹਾਨੂੰ ਇਹ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਮਸੰਦ ਪ੍ਰਥਾ ਨੂੰ ਕਿਸ ਨੇ ਖਤਮ ਕੀਤਾ ਸੀ। ਅਗਲਾ ਪ੍ਰਸ਼ਨ, ਪੰਜਾਬੀ ਸੂਬਾ ਕਦੋਂ ਹੋਂਦ ਵਿੱਚ ਆਇਆ? 1 ਨਵੰਬਰ 1995 ਨੂੰ, ਜਾਂ 1 ਨਵੰਬਰ 1966 ਨੂੰ, ਜਾਂ 1 ਨਵੰਬਰ 1949 ਨੂੰ, ਜਾਂ 1 ਨਵੰਬਰ 1970 ਨੂੰ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਹ ਸਾਡਾ ਪਹਿਲਾ ਮੌਕ ਟੈਸਟ ਆ, ਜਿਹੜਾ ਕਿ ਮੈਂ ਤੁਹਾਡੇ ਲਈ ਬਿਲਕੁਲ ਬੇਸਿਕ ਜੇ MCQ ਦੇ ਵਿੱਚੋਂ ਲੈ ਕੇ ਆਂਦਾ ਵਾ। ਠੀਕ ਹੈ, ਅਗਲਾ ਪ੍ਰਸ਼ਨ, ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1667 ਦੇ ਵਿੱਚ, 1698 ਦੇ ਵਿੱਚ,
1699 ਦੇ ਵਿੱਚ ਜਾਂ 1666 ਦੇ ਵਿੱਚ। ਹਾਂਜੀ, ਖਾਲਸਾ ਪੰਥ ਦੀ ਸਥਾਪਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ 1699 ਈਸਵੀ ਦੇ ਵਿੱਚ ਕੀਤੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਹਨਾਂ ਨੇ ਕੀਤਾ ਸੀ? ਸ਼੍ਰੀ ਗੁਰੂ ਰਾਮਦਾਸ ਜੀ ਨੇ ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਆ ਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਕਿਹਨਾਂ ਨੇ ਆ, ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਠੀਕ ਹੈ, ਤੇ ਇਸ ਤੋਂ ਇਲਾਵਾ ਤੁਹਾਨੂੰ ਇਹ ਆ ਸਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਕੌਣ ਬਣੇ ਸੀ? ਭਾਈ ਆਪਾਂ ਕਹਿ ਸਕਦੇ ਬਾਬਾ ਬੁੱਢਾ ਜੀ। ਠੀਕ ਹੈ, ਅਗਲਾ ਪ੍ਰਸ਼ਨ ਆ ਜੀ, ਜਫਰਨਾਮਾ ਕਿਸ ਗੁਰੂ ਦੀ ਲਿਖਤ ਹੈ? ਹਾਂਜੀ, ਜਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆ ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖਤ ਆ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖਤ ਆ ਜਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਲਿਖਤ ਆ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆ ਜਫਰਨਾਮਾ, ਜਿਹੜਾ ਕਿ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ। ਤੇ ਕਿਹਨਾਂ ਨੂੰ ਲਿਖਿਆ ਗਿਆ ਸੀ? ਔਰੰਗਜ਼ੇਬ ਨੂੰ ਲਿਖਿਆ ਗਿਆ ਸੀ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੋ ਇਹ MCQ ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਆਇਆ ਤੇ ਉਸ ਟਾਈਮ ਇੱਥੇ ਸੇਮ ਆਪਸ਼ਨਸ ਆਈਆਂ ਸੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਵੈਸੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 7 ਗੁਰੂਆਂ ਦੀ ਬਾਣੀ ਦਰਜ ਆ। ਪਹਿਲੇ 5 ਗੁਰੂ, ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਪਹਿਲੇ 5 ਗੁਰੂ ਤੇ ਉਹਨਾਂ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਐਡ ਕੀਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਠੀਕ ਹੈ, ਤਾਂ ਟੋਟਲ 7 ਗੁਰੂ ਬਣਦੇ ਆ ਜਿਨ੍ਹਾਂ ਦੀ ਬਾਣੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਰ ਆਪਸ਼ਨ ਦੇ ਅਕੋਰਡਿੰਗ ਜਿਵੇਂ ਕਿ ਪੰਜਾਬ ਪਟਵਾਰੀ ਦੇ ਵਿੱਚ ਆਇਆ, ਤਾਂ ਮੈਂ ਤੁਹਾਨੂੰ ਦੱਸਣ ਦੇ ਲਈ ਐਡ ਕੀਤਾ ਕਿ ਉਸ ਟਾਈਮ ਅਸੀਂ ਫਿਰ ਆਪਸ਼ਨ 6 ਲਗਾਵਾਂਗੇ। ਠੀਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ? 6 ਗੁਰੂਆਂ ਦੀ ਬਾਣੀ ਦਰਜ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਕਿਸ ਨੇ ਸਿੱਖ ਧਰਮ ਵਿੱਚ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ? ਹਾਂਜੀ, ਮੰਜੀ ਪ੍ਰਥਾ ਦੀ ਸ਼ੁਰੂਆਤ ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਸ਼੍ਰੀ ਗੁਰੂ ਅਮਰਦਾਸ ਜੀ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿੱਚ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ। ਦੇਖੋ, ਸ਼੍ਰੀ ਗੁਰੂ ਅਮਰਦਾਸ ਜੀ ਵਿਰਧ ਅਵਸਥਾ ਦੇ ਵਿੱਚ ਗੁਰਗੱਦੀ ਸੰਭਾਲੀ ਸੀ ਇਹਨਾਂ ਨੇ, ਤੇ ਵਿਰਧ ਅਵਸਥਾ ਦੇ ਵਿੱਚ ਇਹਨਾਂ ਦੇ ਲਈ ਬਹੁਤ ਮੁਸ਼ਕਿਲ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ। ਠੀਕ ਹੈ, ਇਹ ਇਹਨਾਂ ਨਹੀਂ ਤੁਰ ਫਿਰ ਸਕਦੇ ਸੀ, ਤਾਂ ਇਸ ਕਰਕੇ ਇਹਨਾਂ ਨੇ 22 ਮੰਜੀਆਂ ਦੀ ਸਥਾਪਨਾ ਕੀਤੀ ਸੀ, ਜਿਨ੍ਹਾਂ ਦੇ 22 ਮੰਜੀਦਾਰ ਸਥਾਪਿਤ ਕੀਤੇ ਗਏ ਸੀ। ਉਹ ਅੱਗੇ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸੀ, ਧਾਰਮਿਕ ਕਾਰਜਾਂ ਦੇ ਲਈ ਧਨ ਵੀ ਇਕੱਠਾ ਕਰਦੇ ਸੀ। ਜਿਹੜੀ ਵੀ ਮਾਇਆ ਉਹਨਾਂ ਕੋਲ ਇਕੱਠੀ ਹੁੰਦੀ ਸੀ ਉਸ ਨੂੰ ਉਹ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਕੋਲ ਲੈ ਕੇ ਆਉਂਦੇ ਸੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਆ, ਬਠਿੰਡੇ ਦਾ ਪੁਰਾਣਾ ਨਾਮ ਕੀ ਹੈ? ਬਿਕਰਮਗੜ੍ਹ, ਰਾਮਗੜ੍ਹ, ਫੂਲ ਜਾਂ ਵਹੀਆ ਕਲਾਂ? ਹਾਂਜੀ, ਬਠਿੰਡੇ ਦਾ ਪੁਰਾਣਾ ਨਾਮ ਆ ਬਿਕਰਮਗੜ੍ਹ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸਿੱਖਾਂ ਦੇ ਸਿੱਕੇ ਕਿਸ ਨੇ ਸ਼ੁਰੂ ਕੀਤੇ ਸਨ? ਹਾਂਜੀ, ਨਾਨਕ ਸ਼ਾਹ ਅਤੇ ਗੋਬਿੰਦ ਸ਼ਾਹੀ ਦੇ ਸਿੱਕੇ ਜਾਰੀ ਕੀਤੇ ਸੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਤਾਂ ਸਿੱਖਾਂ ਦੇ ਸਿੱਕੇ ਸਭ ਤੋਂ ਪਹਿਲਾਂ ਸ਼ੁਰੂ ਕੀਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਠੀਕ ਹੈ ਜੀ, ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਨੇ ਆਪਣੇ ਪ੍ਰਚਾਰ ਵਿੱਚ ਸਮਾਜ ਵਿੱਚ ਔਰਤਾਂ ਦੁਆਰਾ ਨਿਭਾਈ ਮਹੱਤਤਾ ਨੂੰ ਪਛਾਣਿਆ ਸੀ? ਹਾਂਜੀ, ਆਪਣੇ ਪ੍ਰਚਾਰ ਦੇ ਵਿੱਚ ਜਾਂ ਆਪਣੇ ਵਿਚਾਰਾਂ ਦੇ ਵਿੱਚ ਸਮਾਜ ਦੇ ਵਿੱਚ ਜੋ ਔਰਤਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਹੈ ਜਾਂ ਮਹੱਤਤਾ ਹੈ, ਉਸ ਨੂੰ ਕਿਹਨਾਂ ਨੇ ਸਭ ਤੋਂ ਪਹਿਲਾਂ ਪਹਿਚਾਣਿਆ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਾਂ ਸ਼੍ਰੀ ਗੁਰੂ ਰਵਿਦਾਸ ਜੀ ਨੇ ਜਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਪਹਿਚਾਣਿਆ ਸੀ ਕਿ ਪ੍ਰਚਾਰ ਦੇ ਵਿੱਚ ਸਮਾਜ ਦੇ ਵਿੱਚ ਔਰਤਾਂ ਦੀ ਕੀ ਭੂਮਿਕਾ ਹੈ। ਤਾਂ ਇਹਨਾਂ ਨੇ ਕਿਹਾ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਉਹਨਾਂ ਔਰਤਾਂ ਨੂੰ ਅਸੀਂ ਕਿਉਂ ਮੰਦਾ ਆਖੀਏ ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਅਗਲਾ ਪ੍ਰਸ਼ਨ, ਹਾਲ ਹੀ ਵਿੱਚ ਕਿਹੜੇ ਰਾਜ ਦੀ ਰਾਜਧਾਨੀ ਨੂੰ ਬਦਲਿਆ ਗਿਆ? ਹਾਂਜੀ, ਕਰੰਟ ਅਫੇਅਰ ਦੇ ਵਿੱਚ ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ ਸੀ ਕਿ ਵਿਸ਼ਾਖਾਪਟਨਮ ਜੋ ਕਿ
ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾਇਆ ਗਿਆ ਸੀ। ਤਾਂ ਹਾਲ ਹੀ ਵਿੱਚ ਕਿਹੜੇ ਰਾਜ ਦੀ ਰਾਜਧਾਨੀ ਨੂੰ ਬਦਲਿਆ ਗਿਆ? ਉੱਤਰ ਪ੍ਰਦੇਸ਼ ਨੂੰ, ਮੱਧ ਪ੍ਰਦੇਸ਼ ਦੀ, ਆਂਧਰਾ ਪ੍ਰਦੇਸ਼ ਦੀ ਜਾਂ ਮੱਧ ਪ੍ਰਦੇਸ਼ ਦੀ। ਬਾਈ ਮਿਸਟੇਕ ਐਡ ਹੋ ਗਈਆਂ, ਹਿਮਾਚਲ ਪ੍ਰਦੇਸ਼ ਆ, ਠੀਕ ਹੈ। ਇੱਥੇ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ, ਮੱਧ ਪ੍ਰਦੇਸ਼ ਦੀ ਕੈਪੀਟਲ ਆ ਭੋਪਾਲ, ਹਿਮਾਚਲ ਪ੍ਰਦੇਸ਼ ਦੀਆਂ ਦੋ ਕੈਪੀਟਲ ਆ ਸ਼ਿਮਲਾ ਤੇ ਧਰਮਸ਼ਾਲਾ, ਤੇ ਆਂਧਰਾ ਪ੍ਰਦੇਸ਼ ਦੀ ਜੋ ਕੈਪੀਟਲ ਆ ਉਸ ਨੂੰ ਚੇਂਜ ਕਰ ਦਿੱਤਾ ਗਿਆ। ਦੇਖੋ ਹੁਣ ਤੱਕ ਆਂਧਰਾ ਪ੍ਰਦੇਸ਼ ਦੀ ਕੈਪੀਟਲ ਸੀ ਅਮਰਾਵਤੀ। ਅਮਰਾਵਤੀ ਤੋਂ ਹੁਣ ਫਿਰ ਆਂਧਰਾ ਪ੍ਰਦੇਸ਼ ਦੇ ਚੀਫ ਮਿਨਿਸਟਰ ਨੇ ਘੋਸ਼ਣਾ ਕੀਤੀ ਆ ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਕੈਪੀਟਲ ਬਣਾਉਣ ਦਾ। ਪਹਿਲਾਂ ਆਂਧਰਾ ਪ੍ਰਦੇਸ਼ ਦੀਆਂ 3 ਕੈਪੀਟਲ ਸੀ, ਇੱਕ ਤਾਂ ਸੀ ਅਮਰਾਵਤੀ ਹੀ, ਉਸ ਤੋਂ ਬਾਅਦ ਇੱਕ ਸੀਗੀ ਕਰੂਨੂਰ ਅਮਰਾਵਤੀ, ਠੀਕ ਹੈ, ਇੱਕ ਸੀ ਕਰੂਨੂਰ ਤੇ ਇੱਕ ਸੀ ਵਿਸ਼ਾਖਾਪਟਨਮ। ਉਸ ਤੋਂ ਬਾਅਦ ਕੱਲੀ ਅਮਰਾਵਤੀ ਕਰ ਦਿੱਤੀ ਗਈ। 3 ਕੈਪੀਟਲ ਵਾਲਾ ਜਿਹੜਾ ਪ੍ਰਸਤਾਵ ਆ ਉਹ ਵਾਪਸ ਲੈ ਲਿਆ, ਠੀਕ ਹੈ ਜੀ। ਤੇ ਵਿਸ਼ਾਖਾਪਟਨਮ ਤੇ ਹੁਣ ਜਿਹੜੀ ਆ ਕਿਹੜੀ ਵਿਸ਼ਾਖਾਪਟਨਮ ਨੂੰ ਕਰ ਦਿੱਤਾ ਗਿਆ ਆਂਧਰਾ ਪ੍ਰਦੇਸ਼ ਦੀ ਕੈਪੀਟਲ, ਠੀਕ ਹੈ ਜੀ, ਵਿਸ਼ਾਖਾਪਟਨਮ। ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਕੈਬਨਿਟ ਮਿਸ਼ਨ ਯੋਜਨਾ ਅਧੀਨ ਬਣਾਈ ਗਈ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਦੱਸੋ। ਹਾਂਜੀ, ਕੈਬਨਿਟ ਮਿਸ਼ਨ ਯੋਜਨਾ ਦੇ ਜਿਹੜੀ ਕਿ ਸੰਵਿਧਾਨ ਨੂੰ ਬਣਾਉਣ ਤੋਂ ਪਹਿਲਾਂ ਬਣਾਈ ਗਈ ਸੀ, ਕੈਬਨਿਟ ਮਿਸ਼ਨ ਯੋਜਨਾ 1946 ਦੇ ਵਿੱਚ ਬਣਾਈ ਗਈ ਸੀ। ਤਾਂ ਇਸ ਦੀ ਜਿਹੜੀ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਦੀ ਸੰਖਿਆ ਕਿੰਨੀ ਸੀ? 399 ਸੀ, 411 ਸੀ, 298 ਸੀ ਜਾਂ 478 ਸੀ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ, 399 ਮੈਂਬਰ ਸੀ ਕੈਬਨਿਟ ਮਿਸ਼ਨ ਯੋਜਨਾ ਦੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕੈਬਨਿਟ ਮਿਸ਼ਨ ਯੋਜਨਾ 1946 ਦੇ ਵਿੱਚ ਬਣੀ ਸੀ, ਠੀਕ ਹੈ, ਤੇ ਉਸ ਟਾਈਮ ਇਸ ਦੇ 399 ਮੈਂਬਰ ਸੀ। ਪਰ ਉਸ ਤੋਂ ਬਾਅਦ 1947 ਦੇ ਵਿੱਚ 3 ਜੂਨ 1947 ਨੂੰ ਜਿਵੇਂ ਹੀ ਪਾਕਿਸਤਾਨ ਤੇ ਬੰਗਲਾਦੇਸ਼ ਦੀ ਵੰਡ ਹੋ ਗਈ ਸੀ, ਭਾਰਤ ਤੋਂ ਅਲੱਗ ਕਰ ਦਿੱਤੇ ਗਏ ਸੀ, ਜੋ ਮੈਂਬਰ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸੀ ਉਹ ਫਿਰ ਉਧਰ ਹੀ ਚਲੇ ਗਏ। ਤਾਂ ਉਸ ਤੋਂ ਬਾਅਦ ਇਸ ਦੇ 299 ਮੈਂਬਰ ਰਹਿ ਗਏ ਸੀ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਵੈਸੇ ਤਾਂ 299 ਰਹਿ ਗਏ ਸੀ, ਪਰ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਸਾਈਨ ਕਰਨ ਦੀ ਵਾਰੀ ਆਈ ਸੀ, ਉਸ ਟਾਈਮ ਇਹਨਾਂ ਦੇ ਵਿੱਚੋਂ ਅੱਧਿਆਂ ਦੀ ਡੈਥ ਹੋ ਗਈ ਸੀ, ਤੇ ਜਿਸ ਦੇ ਵਿੱਚ 284 ਮੈਂਬਰ ਰਹਿ ਗਏ ਸੀ ਤੇ ਵਿੱਚੋਂ 15 ਮਹਿਲਾਵਾਂ ਸੀ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਨੇ ਸੰਵਿਧਾਨ ਸਭਾ ਦੇ ਸਥਾਈ ਮੈਂਬਰ ਦੇ ਤੌਰ ਤੇ ਕੰਮ ਕੀਤਾ? ਹਾਂਜੀ, ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਮੀਟਿੰਗ ਆ ਉਹ 9 ਦਸੰਬਰ 1946 ਨੂੰ ਹੋਈ ਸੀ, ਜਿਸ ਦੇ ਅਸਥਾਈ ਰੂਪ ਦੇ ਵਿੱਚ ਚੇਅਰਮੈਨ ਬਣਾਏ ਗਏ ਸੀ ਡਾਕਟਰ ਸਚਿਦਾਨੰਦ ਸਿਨਹਾ, ਠੀਕ ਹੈ, ਪਹਿਲੀ ਬੈਠਕ ਦੇ। ਤੇ ਅਸਥਾਈ ਚੇਅਰਮੈਨ ਸੀ। ਅਸਥਾਈ ਚੇਅਰਮੈਨ ਦੀ ਜੇਕਰ ਅਸੀਂ ਗੱਲ ਕਰੀਏ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਸਥਾਈ ਮੈਂਬਰ ਦੀ ਜਾਂ ਚੇਅਰਮੈਨ ਦੀ, ਤਾਂ ਇਹ ਕੀ ਕਰਦੇ ਹੁੰਦੇ ਆ, ਇਹ ਦੱਸਦੇ ਹੁੰਦੇ ਆ ਖੜੇ ਹੋ ਕੇ ਜਿਵੇਂ ਸੰਸਦ ਭਵਨ ਦੇ ਵਿੱਚ ਕਿ ਹੁਣ ਕੌਣ ਬੋਲੇਗਾ, ਕੌਣ ਵਿਚਾਰ ਪੇਸ਼ ਕਰੇਗਾ, ਕਿਹਦੀ ਵਾਰੀ ਆਏਗੀ, ਠੀਕ ਹੈ, ਇੱਦਾਂ ਦਾ ਕੰਮ ਹੁੰਦਾ ਇਹਨਾਂ ਦਾ। ਤਾਂ ਜੋ ਸਥਾਈ ਮੈਂਬਰ ਦੇ ਬਣੇ ਸੀ ਸੰਵਿਧਾਨ ਸਭਾ ਦੇ, ਜਿਵੇਂ ਦੂਜੀ ਮੀਟਿੰਗ ਹੋਈ ਸੀ 11 ਦਸੰਬਰ 1946 ਨੂੰ, ਤਾਂ 11 ਦਸੰਬਰ 1946 ਦੇ ਵਿੱਚ ਸਥਾਈ ਮੈਂਬਰ ਦੇ ਤੌਰ ਤੇ ਡਾਕਟਰ ਰਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੀ ਮੀਟਿੰਗ ਦੇ ਚੇਅਰਮੈਨ ਬਣੇ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਉਸ ਤੋਂ ਬਾਅਦ 24 ਜਨਵਰੀ 1950 ਨੂੰ ਇਹਨਾਂ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਘੋਸ਼ਿਤ ਕੀਤਾ ਗਿਆ ਸੀ, ਠੀਕ ਹੈ ਜੀ। ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਦੋਂ ਹੋਈ ਸੀ ਸੰਵਿਧਾਨ ਸਭਾ ਦੀ ਹੁਣ ਪਹਿਲੀ ਬੈਠਕ। 26 ਜਨਵਰੀ ਨੂੰ, 26 ਅਗਸਤ ਨੂੰ ਜਾਂ 9 ਦਸੰਬਰ ਨੂੰ ਜਾਂ 26 ਨਵੰਬਰ ਨੂੰ। ਤਾਂ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਕਿ ਸੰਵਿਧਾਨ ਸਭਾ ਦੀ ਜਿਹੜੀ ਬੈਠਕ ਆ ਉਹ ਕੈਬਨਿਟ ਮਿਸ਼ਨ ਦੇ ਆਧਾਰ ਤੇ ਹੋਈ ਸੀ। ਕੈਬਨਿਟ ਮਿਸ਼ਨ ਦੀ ਸਥਾਪਨਾ 1946 ਦੇ ਵਿੱਚ ਹੋਈ ਸੀ, ਤਾਂ ਇੱਥੇ 1946 ਲਿਖਿਆ, ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀ। ਅਗਲਾ ਪ੍ਰਸ਼ਨ ਆ, ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? ਹੁਣ ਇਹ ਡਿਪੈਂਡ ਕਰਦਾ ਆਪਸ਼ਨ ਤੇ, ਇਹ ਵੀ ਹੋ ਸਕਦਾ ਕਿ ਉਹ ਵਰਤਮਾਨ ਪੁੱਛ ਲੈਣ, ਠੀਕ ਹੈ, ਤਾਂ ਆਪਸ਼ਨ 'ਚ ਦੇਖਣਾ ਕਿ ਕਿਹੜਾ ਪੁੱਛਿਆ। ਹੁਣ ਉਹਨਾਂ ਨੇ ਨਾ ਵਰਤਮਾਨ ਲਿਖਿਆ, ਨਾ ਉਹਨਾਂ ਨੇ ਇਹ ਲਿਖਿਆ ਕਿ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਨਾ ਮੂਲ ਸੰਵਿਧਾਨ ਪਾਇਆ ਯਾਨੀ ਕਿ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਨਾ ਵਰਤਮਾਨ ਪਾਇਆ। ਤਾਂ ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ? ਹੁਣ ਇਹ ਡਿਪੈਂਡ ਕਰਦਾ ਆਨਸਰ ਆਪਸ਼ਨ ਤੇ, ਤਾਂ ਆਪਸ਼ਨ ਦੇ ਅਕੋਰਡਿੰਗ 22 ਭਾਗ, ਠੀਕ ਹੈ ਜੀ, 22 ਭਾਗਾਂ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਵੰਡਿਆ ਗਿਆ ਸੀ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ? ਭਾਰਤੀ ਸੰਵਿਧਾਨ ਦੇ ਵਿੱਚ ਸੰਸਦੀ ਸਰਕਾਰ ਆ, ਬਿਲਕੁਲ ਹੈਗੀ ਆ। ਸੰਘਾਤਮਕ ਸਰਕਾਰ ਹੈ, ਬਿਲਕੁਲ ਹੈਗੀ ਆ।
ਦੋਹਰੀ ਨਾਗਰਿਕਤਾ ਪ੍ਰਣਾਲੀ ਹੈਗੀ ਆ? ਨਹੀਂ, ਦੋਹਰੀ ਨਾਗਰਿਕਤਾ ਪ੍ਰਣਾਲੀ ਇਕੱਲੇ ਅਮਰੀਕਾ ਦੇ ਵਿੱਚ ਆ, ਭਾਰਤੀ ਸੰਵਿਧਾਨ ਵਿੱਚ ਨਹੀਂ ਗੀ। ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਨਾਗਰਿਕਤਾ ਪ੍ਰਣਾਲੀ ਆ ਜੋ ਅਸੀਂ ਬ੍ਰਿਟੇਨ ਤੋਂ ਅਡਾਪਟ ਕੀਤੀ ਆ। ਤਾਂ ਆਪਸ਼ਨ ਨੰਬਰ ਸੀ ਹੀ ਇਸ ਦਾ ਰਾਈਟ ਆਨਸਰ ਹੈ। ਲਿਖਤੀ ਸੰਵਿਧਾਨ ਤਾਂ ਸਾਡਾ ਆਲਰੇਡੀ ਹੈਗਾ ਤੇ ਪੂਰੇ ਦੇਸ਼ਾਂ ਦੇ ਵਿੱਚੋਂ, ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਲੰਬਾ ਸੰਵਿਧਾਨ ਵੀ ਸਾਡਾ ਹੀ ਆ, ਭਾਰਤ ਦਾ ਲਿਖਤੀ ਸੰਵਿਧਾਨ। ਠੀਕ ਹੈ, ਤਾਂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਕਿ ਦੋਹਰੀ ਨਾਗਰਿਕਤਾ ਵਾ ਜਿਹੜੀ ਇਹ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ। ਅਗਲਾ ਵਾ ਮੌਲਿਕ ਕਰਤੱਵ ਕਿਹੜੇ ਦੇਸ਼ ਤੋਂ ਲਏ ਗਏ ਹਨ? ਹਾਂਜੀ, ਇੱਕ ਤਾਂ ਹੁੰਦਾ ਮੂਲ ਅਧਿਕਾਰ, ਮੌਲਿਕ ਅਧਿਕਾਰ, ਉਹ ਅਸੀਂ ਅਮਰੀਕਾ ਤੋਂ ਲਏ ਆ। ਹੁਣ ਇੱਥੇ ਗੱਲ ਹੋਈ ਆ ਮੂਲ ਕਰਤੱਵ ਦੀ, ਤਾਂ ਮੂਲ ਕਰਤੱਵ ਅਸੀਂ ਕਿਹੜੇ ਦੇਸ਼ ਤੋਂ ਲਏ ਆ? ਮੂਲ ਕਰਤੱਵ ਅਸੀਂ ਲਏ ਆ ਜੀ ਰੂਸ ਤੋਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਬ੍ਰਿਟੇਨ ਤੋਂ ਇਕਹਿਰੀ ਨਾਗਰਿਕਤਾ ਲਈ ਆ। ਠੀਕ ਹੈ ਜੀ। ਅਗਲਾ ਪ੍ਰਸ਼ਨ, ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਸੰਬੰਧ ਕਿਹੜੇ ਰਾਜ ਨਾਲ ਹੈ? ਹਾਂਜੀ, ਕਾਜ਼ੀਰੰਗਾ ਨੈਸ਼ਨਲ ਪਾਰਕ, ਇਸ ਦਾ ਸੰਬੰਧ ਕਿਹੜੇ ਰਾਜ ਨਾਲ ਆ? ਕਾਜ਼ੀਰੰਗਾ ਨੈਸ਼ਨਲ ਪਾਰਕ ਹੈ ਜਿਹੜਾ ਇੱਕ ਸਿੰਗ ਵਾਲੇ ਗੈਂਡੇ ਦੇ ਲਈ ਫੇਮਸ ਆ ਤੇ ਇਹ ਅਸਾਮ ਦੇ ਵਿੱਚ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਸਮ ਦੀ ਕੈਪੀਟਲ ਕੀ ਆ? ਦੀਸ਼ਪੁਰ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਅਲੱਗ ਲੱਭੋ। ਹਾਂਜੀ, ਇਹਨਾਂ ਦੇ ਵਿੱਚੋਂ ਤੁਸੀਂ ਅਲੱਗ ਚੋਣ ਕਰਨੀ ਆ ਕਿ ਕਿਹੜਾ ਜੋਟਾ ਵਾ ਜਿਹੜਾ ਸਹੀ ਨਹੀਂ ਗਾ। ਪਰ ਸਾਨੂੰ ਦੇਖ ਕੇ ਪਤਾ ਲੱਗਦਾ ਕਿ ਮੱਧ ਪ੍ਰਦੇਸ਼ ਦੀ ਕੈਪੀਟਲ ਆ ਭੋਪਾਲ, ਮੇਘਾਲਿਆ ਦੀ ਕੈਪੀਟਲ ਆ ਸ਼ਿਲੋਂਗ ਤੇ ਰਾਜਸਥਾਨ ਦੀ ਕੈਪੀਟਲ ਆ ਜੈਪੁਰ। ਠੀਕ ਹੈ, ਤੇ ਉੱਤਰਾਖੰਡ ਦੀ ਕੈਪੀਟਲ ਆ ਦੇਹਰਾਦੂਨ। ਬਾਕੀ ਸਾਰੇ ਤਾਂ ਸਹੀ ਆ, ਪਰ ਰਾਜਸਥਾਨ ਦੇ ਵਿੱਚ ਜੈਸਲਮੇਰ ਇੱਕ ਸ਼ਹਿਰ ਦਾ ਨਾਮ ਆ। ਠੀਕ ਹੈ, ਤੇ ਪਰ ਇੱਥੇ ਕੈਪੀਟਲ ਦੀ ਗੱਲ ਹੋ ਰਹੀ ਹੈ ਤਾਂ ਅਲੱਗ ਕਿਹੜਾ ਹੋ ਗਿਆ? ਆਪਸ਼ਨ ਸੀ, ਰਾਜਸਥਾਨ ਅਲੱਗ ਹੋ ਗਿਆ। ਠੀਕ ਹੈ, ਅਲੱਗ ਲੱਭ ਤਾਂ ਔਡ ਵਨ ਆਊਟ ਦੇ ਵਿੱਚ ਆ ਜਾਂਦੇ ਆ। ਰੀਜ਼ਨਿੰਗ ਦਾ ਵੀ ਟੌਪਿਕ ਬਣਦਾ, ਜੀਕੇ ਦਾ ਵੀ ਬਣਦਾ। ਠੀਕ ਹੈ, ਰੀਜ਼ਨਿੰਗ ਦੇ ਵਿੱਚ ਔਡ ਵਨ ਆਊਟ ਤੁਸੀਂ ਸੁਣਿਆ ਹੋਣਾ, ਉਹਦੇ ਵਿੱਚ ਇਸ ਤਰ੍ਹਾਂ ਦੇ ਸਮ ਵੀ ਆਉਂਦੇ ਆ। ਜੀਕੇ ਦੇ ਵੱਲੋਂ ਵੀ ਬਣਦਾ ਵਾ ਕਿਉਂਕਿ ਕੈਪੀਟਲਸ ਆ ਰਹੀਆਂ ਨੇ। ਅਗਲਾ ਪ੍ਰਸ਼ਨ ਆ ਜੀ, ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? 4 ਹੁੰਦੀਆਂ, 5 ਹੁੰਦੀਆਂ, 6 ਹੁੰਦੀਆਂ ਜਾਂ 7 ਹੁੰਦੀਆਂ? ਦੇਖੋ ਵਿਸ਼ੇਸ਼ਣ ਆ ਜਿਹੜਾ, ਇਸ ਦੀਆਂ ਕਿਸਮਾਂ ਹੁੰਦੀਆਂ ਵਾ, ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਵਾ ਕਿੰਨੀਆਂ ਹੁੰਦੀਆਂ ਵਾ? 5। ਨਾਮ ਦੀਆਂ ਵੀ 5 ਹੁੰਦੀਆਂ, ਵਿਸ਼ੇਸ਼ਣ ਦੀਆਂ ਵੀ 5 ਹੁੰਦੀਆਂ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਵੈਰੀ ਇੰਪੋਰਟੈਂਟ ਟੌਪਿਕ ਆ ਕਿ ਵਿਸ਼ੇਸ਼ਣ ਦੀਆਂ ਕਿਸਮਾਂ ਜਾਂ ਨਾਮ ਦੀਆਂ ਕਿਸਮਾਂ ਜ਼ਰੂਰ ਪੁੱਛ ਲਿਆ ਜਾਂਦਾ ਵਾ, ਜਾਂ ਪੜਨਾਮ ਦੀਆਂ। ਤਾਂ ਨਾਮ ਦੀਆਂ ਕਿਸਮਾਂ ਵੀ 5 ਹੁੰਦੀਆਂ ਵਾ ਤੇ ਵਿਸ਼ੇਸ਼ਣ ਦੀਆਂ ਕਿਸਮਾਂ ਵੀ 5 ਹੁੰਦੀਆਂ ਨੇ। ਠੀਕ ਹੈ ਜੀ। ਪਰ ਜਿਹੜੀਆਂ 5 ਕਿਸਮਾਂ ਵਾ ਇਹਨਾਂ ਬਾਰੇ ਵੀ ਤਾਂ ਸਾਨੂੰ ਪਤਾ ਹੋਣਾ ਜ਼ਰੂਰੀ ਆ ਕਿ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਦੱਸਾਂ ਤਾਂ ਮੈਂ ਦੱਸ ਵੀ ਦਿੰਨੀ ਆ, ਤਾਂ ਕਮੈਂਟ ਕਰਕੇ ਦੱਸੋ ਕਿ ਬੋਲਣਾ ਜਾਂ ਨਾ ਬੋਲਣਾ। ਤਾਂ ਵਿਸ਼ੇਸ਼ਣ ਦੀਆਂ ਜਿਹੜੀਆਂ ਕਿਸਮਾਂ ਨੇ ਉਹ 5 ਹੁੰਦੀਆਂ ਨੇ। ਪਹਿਲੀ ਹੁੰਦੀ ਆ ਗੁਣਵਾਚਕ ਵਿਸ਼ੇਸ਼ਣ, ਦੂਜੀ ਗਿਣਤੀਵਾਚਕ ਵਿਸ਼ੇਸ਼ਣ, ਮਿਣਤੀਵਾਚਕ ਵਿਸ਼ੇਸ਼ਣ ਤੀਸਰੀ ਆ ਮਿਣਤੀਵਾਚਕ ਵਿਸ਼ੇਸ਼ਣ, ਚੌਥੀ ਆ ਨਿਸ਼ਚੈਵਾਚਕ ਵਿਸ਼ੇਸ਼ਣ, ਪੰਜਵੀਂ ਆ ਪੜਨਾਮੀ ਵਿਸ਼ੇਸ਼ਣ। ਹਾਂਜੀ, ਅਗਲਾ ਪ੍ਰਸ਼ਨ, ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦਾਂ ਦੇ ਵਿੱਚ ਕਿਰਿਆ ਦਾ ਰੂਪ ਹੁੰਦਾ ਹੈ। ਹਾਂਜੀ, ਕਈ ਵਾਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਹੈ ਜਾਂ ਸੀ ਇਕੱਲਾ ਸ਼ਬਦਾਂ ਦੇ ਵਿੱਚ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਨ੍ਹਾਂ ਵਾਕਾਂ ਦੇ ਵਿੱਚ ਹੈ ਜਾਂ ਸੀ ਕਿਰਿਆ ਦਾ ਰੂਪ ਹੋਵੇ ਤਾਂ ਉਹਨਾਂ ਨੂੰ ਸੰਸਰੰਗੀ ਕਿਰਿਆ ਬੋਲਿਆ ਜਾਂਦਾ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜਿਵੇਂ ਮਨਮੋਹਨ ਮਿਹਨਤੀ ਅਤੇ ਤੁਸੀਂ ਸ਼ਰਾਰਤੀ ਹੋ। ਠੀਕ ਹੈ, ਜਿਹੜੇ ਵਾਕਾਂ ਦੇ ਵਿੱਚ ਹੈ ਅਤੇ ਸੀ ਇਹਨਾਂ ਦੇ ਰੂਪ ਵਿੱਚ ਇਕੱਲੇ ਹੀ ਕਿਰਿਆ ਦਾ ਕੰਮ ਕਰਦੇ ਆ। ਠੀਕ ਹੈ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਸਿੰਪਲ ਲੈਂਗੁਏਜ ਦੇ ਵਿੱਚ, ਜਦੋਂ ਵਾਕ ਵਿੱਚ ਹੈ ਅਤੇ ਸੀ, ਹੈ ਸੀ ਇਹਨਾਂ ਦੇ ਰੂਪ ਵਿੱਚ ਇਕੱਲੇ ਹੀ ਕਿਰਿਆ ਦਾ ਕੰਮ ਕਰਦੇ ਆ ਤਾਂ ਉਸ ਨੂੰ ਅਸੀਂ ਸੰਸਰੰਗੀ ਕਿਰਿਆ ਬੋਲਦੇ ਹਾਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਇੱਥੇ ਰਾਈਟ ਆਨਸਰ ਹੈ ਜੀ ਸੰਸਰੰਗੀ ਕਿਰਿਆ। ਤਾਂ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣਵਾਚਕ ਵਿਸ਼ੇਸ਼ਣ ਨਹੀਂ ਹੈ? ਹਾਂਜੀ, ਵਿਸ਼ੇਸ਼ਣ ਦਾ ਮੀਨਿੰਗ ਕੀ ਹੁੰਦਾ? ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ। ਮੰਨ ਲਓ ਮੈਂ ਕਹਾਂ ਕਿ ਅਮਰੂਦ ਬਹੁਤ ਸਵਾਦ ਹੈ, ਤਾਂ ਮਤਲਬ ਕਿ ਅਮਰੂਦ ਆ ਜਿਹੜਾ ਸਵਾਦਲਾ ਵਾ, ਮੈਂ ਅਮਰੂਦ ਦੀ ਵਿਸ਼ੇਸ਼ਤਾ ਦੱਸਤੀ ਕਿ ਉਹ ਸਵਾਦ ਆ। ਤਾਂ ਉਹਨਾਂ ਨੇ ਕੀ ਪੁੱਛਿਆ ਕਿ ਕਿਹੜਾ ਗੁਣਵਾਚਕ ਵਿਸ਼ੇਸ਼ਣ ਨਹੀਂ ਹੈ? ਦੇਖੋ, ਗੁਣ ਤਾਂ ਆਪਾਂ ਦੱਸਦਾ ਸਵਾਦ ਆ, ਫਿਰ ਉਹ ਬੰਦਾ ਸੱਚਾ ਹੈ, ਮੈਂ ਕਿਸੇ ਬੰਦੇ ਦਾ ਇੱਕ ਹੋਰ ਗੁਣ ਦੱਸਿਆ, ਉਹਦੀ ਵਿਸ਼ੇਸ਼ਤਾ ਦੱਸਦੀ ਕਿ ਉਹ ਸੱਚਾ ਹੈ। ਮੈਂ ਕਿਸੇ ਕੁੜੀ ਦੀ ਵਿਸ਼ੇਸ਼ਤਾ ਦੱਸਦੀ ਜਾਂ ਕਿਸੇ ਮੁੰਡੇ ਦੀ ਵਿਸ਼ੇਸ਼ਤਾ ਦੱਸਦੀ ਕਿ ਉਹ ਪਤਲਾ ਹੈ, ਪਤਲਾ ਹੋਣਾ ਵੀ ਇੱਕ ਮੇਨ ਵਿਸ਼ੇਸ਼ਤਾ ਹੈ, ਗੁਣ ਆ। ਠੀਕ ਹੈ,
फिर उस तो बाद आ गया मेरा। मेरा कोई गुण विशेषण नहीं गा, कोई विशेषता नहीं गी, मेरा तो एक पड़नाम हो गया। तो ऑप्शन डी इज द राइट आंसर है। ठीक है जी। अगला प्रश्न आ, हाँ जी, कुड़ियाँ ने गिद्धा पाया किरिया दी केड़ी किस्म है। कुड़ियाँ ने गिद्धा पाया, ये किरिया दी केड़ी किस्म आ? सकर्मक किरिया है। ऑप्शन सी इज द राइट आंसर, ਸਕਰਮਕ ਕਿਰਿਆ। ਸਕਰਮਿਕ ਕਿਰਿਆ ਉਹ ਹੁੰਦੀ ਆ ਜਿਹਦੇ ਵਿੱਚ ਸਾਨੂੰ ਕਿਰਿਆ ਦੇ ਪੂਰਨ ਰੂਪ ਵਿੱਚ ਅਰਥ ਸਮਝ ਆ ਜਾਂਦੇ ਆ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਕਿਰਿਆ ਹੋਣ ਦਾ ਪੂਰਾ ਅਰਥ ਸਮਝ ਆ ਜਾਂਦਾ ਕਿ ਕਿਰਿਆ ਕੀ ਹੋ ਰਹੀ ਆ। ਜਿਵੇਂ ਹੁਣ ਕੁੜੀਆਂ ਨੇ ਪਾਇਆ, ਇੱਥੇ ਇਕੱਲਾ ਆ ਜਾਂਦਾ ਕੁੜੀਆਂ ਨੇ ਪਾਇਆ, ਤਾਂ ਅਸੀਂ ਕਹਿਣਾ ਸੀ ਇਹ ਅਕਰਮਕ ਕਿਰਿਆ, ਜਿਹਦੇ ਵਿੱਚ ਸਾਨੂੰ ਉਹਦੇ ਅਰਥ ਨਹੀਂ ਸਮਝ ਆਏ ਸੀ। ਠੀਕ ਹੈ, ਪਰ ਇੰਨਾ ਪਤਾ ਲੱਗ ਗਿਆ ਕਿ ਕਿਰਿਆ ਹੋ ਗਈ। ਕਿਰਿਆ ਕੀ ਸੀ? ਪਾਇਆ। ਹੁਣ ਕੁੜੀਆਂ ਨੇ ਗਿੱਧਾ ਪਾਇਆ, ਹੁਣ ਸਾਨੂੰ ਪੂਰੇ ਅਰਥ ਸਮਝ ਆ ਗਏ ਕਿ ਕੁੜੀਆਂ ਨੇ ਕੀ ਕੀਤਾ? ਗਿੱਧਾ ਪਾਇਆ। ਕਿਰਿਆ ਦਾ ਮੀਨਿੰਗ ਪੂਰਾ ਪਤਾ ਲੱਗ ਗਿਆ। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੋਵੇਗਾ, ਸਕਰਮਕ ਕਿਰਿਆ। ਜਿਵੇਂ ਫੋਰ ਐਗਜ਼ਾਮਪਲ ਆਪਾਂ ਇੱਕ ਹੋਰ ਦੱਸਦੀ ਹਾਂ ਮੈਂ ਤੁਹਾਨੂੰ ਐਗਜ਼ਾਮਪਲ ਇਹਦੀ, ਜਾਂ ਕਹਿ ਸਕਦੇ ਹਾਂ ਡੈਫੀਨੇਸ਼ਨ ਆ। ਜਿਸ ਵਾਕ ਦੇ ਵਿੱਚ ਕਰਤਾ ਅਤੇ ਕਰਮ ਦੋਵੇਂ ਹੀ ਹੋਣ ਉਸ ਨੂੰ ਸਕਰਮਕ ਕਿਰਿਆ ਕਹਿੰਦੇ ਆ। ਜਿਵੇਂ ਫੋਰ ਐਗਜ਼ਾਮਪਲ ਮਨਪ੍ਰੀਤ ਹਾਕੀ ਖੇਡਦਾ ਹੈ, ਤਾਂ ਇਸ ਵਾਕ ਦੇ ਵਿੱਚ ਮਨਪ੍ਰੀਤ ਆ ਜਿਹੜਾ ਇਹ ਕੀ ਆ? ਕਰਤਾ ਹੈ, ਤੇ ਖੇਡਦਾ ਕੀ ਆ? ਸਕਰਮਕ ਕਿਰਿਆ ਵਾ। ਉਸੇ ਤਰ੍ਹਾਂ ਕੁੜੀਆਂ ਵਾ ਜਿਹੜੀਆਂ ਇਹ ਕਰਤਾ ਵਾ। ਠੀਕ ਹੈ, ਤੇ ਪਾਇਆ ਕੀ ਆ? ਸਕਰਮਕ ਕਿਰਿਆ ਵਾ। ਠੀਕ ਹੈ, ਗਿੱਧਾ ਪਾਇਆ, ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਕਿਰਿਆ ਕੀ ਹੋਈ ਆ। ਅਗਲਾ ਪ੍ਰਸ਼ਨ ਆ, ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ? ਹਾਂਜੀ, ਉਮੀਦ ਕਰਦੀ ਹਾਂ ਕਿ ਇਸ ਦਾ ਆਂਸਰ ਤੁਹਾਨੂੰ ਸਭ ਨੂੰ ਪਤਾ ਹੋਵੇਗਾ। ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ? ਜਗਰਾਉਂ ਲੱਗਦਾ, ਜਾਂ ਜਰਗ, ਜਾਂ ਛਪਾਰ। ਤਾਂ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ, ਜਗਰਾਉਂ। ਅਗਲਾ ਪ੍ਰਸ਼ਨ ਆ, ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਜੋੜਫਲ। ਹਾਂਜੀ, ਹੁਣ ਸਾਡਾ ਮੈਥ ਤੇ ਰੀਜ਼ਨਿੰਗ ਦਾ ਪੋਰਸ਼ਨ ਸ਼ੁਰੂ ਹੋ ਗਿਆ। ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਜੋੜਫਲ ਪਤਾ ਕਰੋ। ਦੇਖੋ ਪਹਿਲੀਆਂ 5 ਅਭਾਜ ਸੰਖਿਆਵਾਂ ਕਿਹੜੀਆਂ ਨੇ? ਪਹਿਲੀ ਹੈਗੀ ਹੈ 2। ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ? ਜਿਹੜੀਆਂ ਸਿਰਫ ਆਪਦੇ ਹੀ ਟੇਬਲ ਵਿੱਚ ਆਉਂਦੀਆਂ, ਕਿਸੇ ਹੋਰ ਟੇਬਲ ਦੇ ਵਿੱਚ ਨਹੀਂ ਆਉਂਦੀਆਂ, ਕਿਸੇ ਹੋਰ ਪਹਾੜੇ ਦੇ ਵਿੱਚ ਨਹੀਂ ਆਉਂਦੀਆਂ, ਜਿਹੜੀਆਂ ਸਿਰਫ ਆਪਦੇ ਹੀ ਪਹਾੜੇ ਦੇ ਵਿੱਚ ਆਉਂਦੀਆਂ, ਉਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਅਭਾਜ ਸੰਖਿਆਵਾਂ। ਇੱਕ ਹੈਗੀ ਆ 2, 3, 5, 7, ਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 11। ਦੇਖੋ ਇਹਨਾਂ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ 4 ਦੀ, 4 2 ਦੇ ਪਹਾੜੇ 'ਚ ਵੀ ਆਉਂਦਾ, ਆਪਦੇ ਆਪ 'ਚ ਵੀ। ਜਿਹੜਾ ਸਿਰਫ ਆਪਦੇ ਹੀ ਪਹਾੜੇ ਦੇ ਵਿੱਚ ਨੰਬਰ ਆਉਂਦੇ ਆ ਉਹ ਹੁੰਦੇ ਆ ਭਾਜ ਸੰਖਿਆਵਾਂ, ਪ੍ਰਾਈਮ ਨੰਬਰ। ਇੱਥੇ ਬਣ ਗਏ 2 3, ਪਹਿਲੇ 5 ਕਿਹਾ ਤਾਂ ਮੈਂ ਪਹਿਲੇ 5 ਲਿਖ ਲਏ, 2 ਤੇ 3 5। ਹੁਣ ਇਹਨਾਂ ਦਾ ਜੋੜਫਲ ਕਿਹਾ ਤਾਂ ਜੋੜ ਕਰ ਲੈਂਦੇ ਆ। 5 + 5 10, ਠੀਕ ਹੈ, +7 17, +11 28। ਤਾਂ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ। ਅਗਲਾ ਪ੍ਰਸ਼ਨ ਆ ਜੀ, ਜੇਕਰ x² = y ਹੋਵੇ ਤਾਂ ਇਹਨਾਂ ਵਿੱਚੋਂ ਕਿਹੜਾ ਸਹੀ ਹੈ? ਸਭ ਤੋਂ ਪਹਿਲਾਂ ਅਸੀਂ ਲਿਖ ਲੈਂਦੇ ਹਾਂ x² = y। ਜਿਵੇਂ ਪਲੱਸ ਦੂਜੀ ਸਾਈਡ ਜਾ ਕੇ ਮਾਈਨਸ ਹੁੰਦਾ ਵਾ, ਗੁਣਾ ਦੂਜੇ ਪਾਸੇ ਜਾ ਕੇ ਭਾਗ ਹੁੰਦੀ ਆ, ਤੇ ਭਾਗ ਦੂਜੇ ਪਾਸੇ ਜਾ ਕੇ ਗੁਣਾ ਹੁੰਦਾ ਏ, ਮਾਈਨਸ ਦੂਜੇ ਪਾਸੇ ਜਾ ਕੇ ਪਲੱਸ ਹੁੰਦਾ ਏ, ਬਰਾਬਰ ਦੇ ਦੂਜੇ ਪਾਸੇ। ਉਸੇ ਤਰ੍ਹਾਂ ਬਰਾਬਰ ਦੇ ਦੂਜੇ ਪਾਸੇ ਜਾ ਕੇ ਜਿਹੜਾ ਸਕੇਅਰ ਆ, ਵਰਗ ਆ, ਉਹ ਵਰਗ ਮੂਲ ਬਣ ਜਾਂਦਾ। ਜਿਹੜੀ ਸਕੇਅਰ ਆ ਦੂਜੇ ਪਾਸੇ ਜਾ ਕੇ ਸਕੇਅਰ ਰੂਟ ਬਣ ਜਾਂਦੀ ਹੈ। ਠੀਕ ਹੈ, ਤਾਂ ਇਸ ਦਾ ਰਾਈਟ ਆਂਸਰ ਕੀ ਹੋਵੇਗਾ? x = √y। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ, ਜੇਕਰ a/v = 4/5 ਹੈ ਐਂਡ b/c = 6/7 ਹੈ ਤਾਂ a/c ਪਤਾ ਕਰੋ। a/c ਦਾ ਮਤਲਬ ਕੀ ਆ? a/c। ਤੇ a/c ਕਿ a/c ਵੱਡਿਆਂ 'ਚ ਲਿਖ ਸਕਦੇ ਆ ਨਾ, ਤਾਂ a/c ਕਿਵੇਂ ਬਣੂਗਾ? ਇਹਨਾਂ ਤੋਂ ਦੇਖੋ a/b ਗੁਣਾ b/c, b ਨਾਲ b ਕੈਂਸਲ, a/c ਹੀ ਰਹਿ ਜਾਣਾ। ਠੀਕ ਹੈ, ਇਸ ਤਰ੍ਹਾਂ ਮੈਂ ਕਰ ਸਕਦੀ ਹਾਂ a/b। ਜਾਣੀ ਕਿ ਜੇ ਆਪਾਂ ਇਸ ਕੰਸੈਪਟ ਤੋਂ ਦੇਖੀਏ, ਜਿਵੇਂ ਤੁਹਾਡੇ ਕੋਲੇ ਪਿਆ ਵਾ a/b, ਠੀਕ ਹੈ, ਇਹਦੇ ਵਿੱਚੋਂ ਜੇਕਰ ਆਪਾਂ ਇਸ ਦੇ ਵਿੱਚੋਂ ਦੇਖਦੇ ਹਾਂ ਤਾਂ ਤੁਹਾਡੇ ਕੋਲੇ ਕੀ ਪਿਆ? a/b, ਜਾਣੀ ਕਿ 4/5। ਤਾਂ ਇੱਥੇ ਕੀ ਲਿਖੂੰਗੀ ਮੈਂ? 4/5 ਗੁਣਾ b/c। ਇਸ ਦੇ ਕੋਰਸਪੋਂਡਿੰਗ b/c ਬਣਦਾ 6/7। ਠੀਕ ਹੈ, ਤਾਂ ਹੁਣ ਦੇਖੋ ਕੋਈ ਕੈਂਸਲ ਹੋ ਰਿਹਾ? ਨਹੀਂ ਹੋ ਰਿਹਾ। 6 ਚੌਕਾ 24। ਜਦੋਂ ਦੋ ਫਰੈਕਸ਼ਨਸ, ਦੋ ਭਿੰਨਾਂ ਮਲਟੀਪਲਾਈ ਹੁੰਦੀਆਂ ਤਾਂ ਉੱਪਰ ਵਾਲੇ ਨੰਬਰ ਆਪਸ 'ਚ ਮਲਟੀਪਲਾਈ ਹੋਣਗੇ। 6 ਚੌਕਾ 24, ਹੇਠਾਂ ਵਾਲੇ ਨੰਬਰ 7 × 5 = 35 ਆਪਸ 'ਚ ਮਲਟੀਪਲਾਈ ਹੋਣਗੇ।
ਤਾਂ 24/35 ਬਣ ਗਿਆ। ਹੁਣ ਇਹਨੂੰ ਮੈਂ ਰੇਸ਼ੋ 'ਚ ਲਿਖ ਸਕਦੀ ਹਾਂ 24/35। ਤਾਂ ਦੇਖੋ ਕਿਹੜਾ ਰਾਈਟ ਆਨਸਰ ਹੈ। ਇੱਕ ਗੱਲ ਧਿਆਨ ਰੱਖਣਾ, ਆਪਸ਼ਨ ਤੁਹਾਨੂੰ ਇਸ ਤਰ੍ਹਾਂ ਹੀ ਮਿਲਣਗੀਆਂ, ਪਰ ਤੁਸੀਂ ਕੀ ਕਰਨਾ ਕਿ ਜੋ ਸਾਡੇ ਕੋਲੇ ਉੱਪਰ ਪਿਆ ਨਾ, ਉੱਪਰ ਵਾਲਾ ਜਿਹਨੂੰ ਅਸੀਂ ਨਿਊਮੀਰੇਟਰ ਬੋਲ ਦਿੰਦੇ ਹਾਂ, ਇਹਨੂੰ ਪਹਿਲਾਂ ਲਿਖਣਾ, ਹੇਠਾਂ ਹੁੰਦਾ ਡਿਨੋਮੀਨੇਟਰ, ਇਹਨੂੰ ਬਾਅਦ 'ਚ ਲਿਖਣਾ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ 24/35। ਅਗਲਾ ਪ੍ਰਸ਼ਨ ਹੈ 28% ਆਫ 450 ਪਲੱਸ 45% ਆਫ 280। ਤਾਂ ਇਹਨੂੰ ਅਸੀਂ ਸੋਲਵ ਕਰਨਾ। ਸਭ ਤੋਂ ਪਹਿਲਾਂ ਦੇਖੋ, ਜੇਕਰ ਆਪਾਂ ਗੱਲ ਕਰੀਏ ਇਸ ਦੀ, ਤਾਂ 28% ਦਾ ਮਤਲਬ ਕੀ ਹੁੰਦਾ, ਬਟਾ 100, ਆਫ ਜਿੱਥੇ ਵੀ ਆਫ ਆ ਜੇ ਨਾ ਜਾਂ ਦਾ ਆ ਜੇ, ਉਹਦਾ ਮਤਲਬ ਹੁੰਦਾ ਗੁਣਾ। 450 ਪਲੱਸ 45/100, ਕਿਉਂਕਿ ਪ੍ਰਤੀਸ਼ਤਾਂ ਨਾਲ ਪ੍ਰਤੀਸ਼ਤ ਦਾ ਮਤਲਬ ਹੁੰਦਾ ਬਟਾ 100, 280 ਬਰਾਬਰ ਹੈ 0 ਦੇ ਰੱਖ ਲਓ ਜਾਂ ਕਿਸੇ ਵੀ ਨੰਬਰ ਦੇ ਬਰਾਬਰ ਰੱਖ ਲਓ। ਵੈਸੇ ਤਾਂ ਅਸੀਂ ਤਾਂ ਲੱਭਣਾ ਵਾ, ਹੱਲ ਕਰਨਾ, ਠੀਕ ਹੈ। ਤਾਂ 0 ਤਾਂ ਅਸੀਂ ਨਹੀਂ ਕਹਿ ਸਕਦੇ, ਅਸੀਂ ਇਹਨੂੰ ਇੱਦਾਂ ਹੀ ਲਿਖ ਕੇ ਚੱਲਾਂਗੇ। 0 ਨਾਲ 0 ਕੈਂਸਲ, ਇਸ 0 ਨਾਲ ਇਹ 0 ਕੈਂਸਲ, ਕਿਉਂਕਿ 280 ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਕਰਨਾ, ਦੇਖੋ 2 5 10, 9 5 45, 5 ਦੇ ਪਹਾੜੇ ਦੇ ਵਿੱਚ 45 9 ਤੇ ਆਉਂਦਾ ਵਾ, ਤੇ 2 ਤੇ ਆਉਂਦਾ ਵਾ 10, ਠੀਕ ਹੈ। ਇਸ ਕਰਕੇ ਮੈਂ ਕੱਟ ਕਰਤੇ। ਸੇਮ ਇਸੇ ਤਰ੍ਹਾਂ 9 5 45, 2 5 10। ਹੁਣ ਉਸ ਤੋਂ ਬਾਅਦ ਕੀ ਬਣਿਆ ਤੁਹਾਡੇ ਕੋਲੇ, 2 ਨੂੰ ਮੈਂ ਕੈਂਸਲ ਕਰਦਾ ਤਾਂ ਇੱਥੇ ਆ ਗਿਆ 14, ਠੀਕ ਹੈ। ਫਿਰ 2 ਨੂੰ ਆਪਾਂ ਕੈਂਸਲ ਕਰੀਏ ਤਾਂ ਇੱਥੇ ਰਹਿ ਜਾਣਾ 14। ਤਾਂ ਆਨਸਰ ਕੀ ਆਉਣਾ ਤੁਹਾਡੇ ਕੋਲੇ, 14 ਗੁਣਾ 9 ਪਲੱਸ 14 ਗੁਣਾ 9, ਠੀਕ ਹੈ। ਹੁਣ 14 ਨੂੰ 9 ਨਾਲ ਮਲਟੀਪਲਾਈ ਕਰਾਂਗੇ, ਕਿੰਨੇ ਹੁੰਦੇ ਆ, 14 9 ਆ, ਤਾਂ 14 9 126 ਹੀ ਹੁੰਦੇ ਆ ਨਾ। 126 ਪਲੱਸ 126 ਪਲੱਸ 126, ਜਦੋਂ ਮੈਂ ਇਹਨਾਂ ਨੂੰ ਪਲੱਸ ਕਰੂੰਗੀ 6 6 12, 2 2 4 ਤੇ 1 5, 252। ਤਾਂ ਰਾਈਟ ਆਨਸਰ ਆ ਗਿਆ ਤੁਹਾਡੇ ਕੋਲੇ ਆਪਸ਼ਨ ਬੀ 252। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਹਾਂਜੀ, ਨੈਕਸਟ ਤੁਸੀਂ ਦੇਖ ਸਕਦੇ ਆ 30 ਅਤੇ 50 ਵਿਚਕਾਰ ਸਾਰੀਆਂ ਭਾਜ ਸੰਖਿਆਵਾਂ ਦੀ ਔਸਤ ਪਤਾ ਕਰੋ। ਹਾਂਜੀ, 30 ਅਤੇ 50 ਦੇ ਵਿਚਕਾਰ ਸਾਰੀਆਂ ਭਾਜ ਸੰਖਿਆਵਾਂ ਦੀ ਅਸੀਂ ਔਸਤ ਲੱਭਣੀ ਆ। ਤਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ 30 ਤੋਂ ਲੈ ਕੇ 50 ਤੱਕ ਭਾਜ ਸੰਖਿਆਵਾਂ ਹੈ ਕਿਹੜੀਆਂ ਨੇ, ਠੀਕ ਹੈ। ਔਸਤ ਦਾ ਫਾਰਮੂਲਾ ਹੁੰਦਾ ਵਾ, ਲਿਖ ਲਓ ਆਪਦੀ ਨੋਟਬੁੱਕਸ ਤੇ, ਔਸਤ ਬਰਾਬਰ ਹੈ ਸੰਖਿਆਵਾਂ ਦਾ ਜੋੜ ਬਟਾ ਸੰਖਿਆਵਾਂ ਦੀ ਗਿਣਤੀ। ਐਵਰੇਜ ਦਾ ਫਾਰਮੂਲਾ ਹੁੰਦਾ ਵਾ ਸਮ ਆਫ ਟਰਮਸ, ਠੀਕ ਹੈ, ਸੰਖਿਆਵਾਂ ਦਾ ਜੋੜ ਬਟਾ ਸੰਖਿਆਵਾਂ ਦੀ ਗਿਣਤੀ, ਟੋਟਲ ਨੰਬਰ ਆਫ ਟਰਮਸ, ਸੰਖਿਆਵਾਂ ਦੀ ਗਿਣਤੀ, ਠੀਕ ਹੈ। ਹੁਣ ਅੱਗੇ ਅਸੀਂ ਕਰਦੇ ਹਾਂ ਆਪਣਾ ਮੇਨ ਸਵਾਲ। ਪਹਿਲਾਂ ਉਹਨਾਂ ਨੇ ਅਭਾਜ ਲਿਖਿਆ, ਪ੍ਰਾਈਮ ਨੰਬਰ ਜਿਹੜੇ ਆਪਦੇ ਪਹਾੜੇ 'ਚ ਹੀ ਆਉਂਦੇ ਆ, ਕਿਹੜੇ ਆ, 31 ਆ, ਠੀਕ ਹੈ। ਹੋਰ ਉਸ ਤੋਂ ਬਾਅਦ ਆ ਗਿਆ, ਜੇਕਰ ਅਸੀਂ ਗੱਲ ਕਰੀਏ 31 ਤੋਂ ਬਾਅਦ ਆਉਂਦਾ ਵਾ 37, ਠੀਕ ਹੈ ਜੀ। ਕਿਉਂਕਿ ਐਵਰੇਜ ਦੇ ਵਿੱਚ ਉੱਪਰ ਸੰਖਿਆਵਾਂ ਦਾ ਜੋੜ ਹੁੰਦਾ ਨਾ, ਤਾਂ ਮੈਂ ਸੰਖਿਆਵਾਂ ਦੇ ਵਿੱਚ ਪਹਿਲਾਂ ਹੀ ਜੋੜ ਪਾ ਰਹੀ ਹਾਂ, ਇਸ ਕਰਕੇ, ਠੀਕ ਹੈ। ਚਲੋ ਪਹਿਲਾਂ ਆਪਾਂ ਲਿਖ ਲੈਂਦੇ ਹਾਂ ਕਿ 31 ਹੁੰਦਾ ਵਾ, ਠੀਕ ਹੈ। 31 ਤੋਂ ਬਾਅਦ 37 ਆ ਗਿਆ ਅਭਾਜ ਨੰਬਰ। 37 ਤੋਂ ਬਾਅਦ ਜੇ ਅਸੀਂ ਗੱਲ ਕਰੀਏ 37 ਤੋਂ ਬਾਅਦ ਤੁਹਾਡੇ ਕੋਲੇ ਆਵੇਗਾ 41, 41 ਤੋਂ ਬਾਅਦ ਆਵੇਗਾ 43, ਠੀਕ ਹੈ। 43 ਤੋਂ ਬਾਅਦ ਆਵੇਗਾ 47, 47 ਤੋਂ ਬਾਅਦ ਕੋਈ ਵੀ ਨੰਬਰ ਨਹੀਂ ਆਊਗਾ, ਕਿਉਂਕਿ 50 ਤੱਕ ਦੀ ਗੱਲ ਹੋਈ ਆ, ਠੀਕ ਹੈ। ਉਸ ਤੋਂ ਬਾਅਦ ਕੋਈ ਨੰਬਰ ਨਹੀਂ ਰਹੇਗਾ, ਅਤੇ ਇਸ ਨੂੰ ਅਸੀਂ ਕੀ ਕਰਾਂਗੇ, ਪਲੱਸ ਕਰਾਂਗੇ, ਠੀਕ ਹੈ ਜੀ। ਕਿਉਂ, ਕਿਉਂਕਿ ਫਾਰਮੂਲੇ ਦੇ ਅਕੋਰਡਿੰਗ ਉੱਪਰ ਹੁੰਦਾ ਸੰਖਿਆਵਾਂ ਦਾ ਜੋੜ, ਬਟੇ 'ਚ ਹੁੰਦਾ ਸੰਖਿਆਵਾਂ ਦੀ ਗਿਣਤੀ। ਤਾਂ ਹੇਠਾਂ ਮੈਂ ਕੀ ਕਰੂੰਗੀ, 5 ਨਾਲ ਡਿਵਾਈਡ ਕਰ ਦੂੰਗੀ, ਠੀਕ ਹੈ। ਹੁਣ ਅਸੀਂ ਇਹਨਾਂ ਸੰਖਿਆਵਾਂ ਦਾ ਜੋੜ ਕਰਦੇ ਹਾਂ, ਕਿਉਂਕਿ ਸੰਖਿਆਵਾਂ ਦੀ ਗਿਣਤੀ ਕਿੰਨੀ ਬਣੀ ਹੈ, 1 2 3 4 5, ਅਤੇ ਇਸ ਕਰਕੇ ਉੱਪਰ ਹੁੰਦਾ ਸੰਖਿਆਵਾਂ ਦਾ ਜੋੜ ਬਟਾ ਹੇਠਾਂ ਹੁੰਦਾ ਸੰਖਿਆਵਾਂ ਦੀ ਗਿਣਤੀ। ਦੇਖੋ ਇਹ ਬਣਿਆ 47, 47 ਦੇ ਵਿੱਚ ਤੁਸੀਂ 43 ਐਡ ਕਰੋਗੇ ਤਾਂ ਇਹ ਕਿੰਨਾ ਬਣੂਗਾ, 47 ਦੇ ਵਿੱਚ ਜਦੋਂ ਮੈਂ 43 ਐਡ ਕਰੂੰਗੀ ਤਾਂ ਇਹ ਬਣੂਗਾ 90, ਠੀਕ ਹੈ। 7 3 10, 4 4 8 ਤੇ 1 9, 90 'ਚ ਜਦੋਂ ਮੈਂ 41 ਐਡ ਕੀਤੇ ਤਾਂ ਇਹਨੇ ਕੀ ਬਣ ਜਾਣਾ, 131। 131 ਦੇ ਵਿੱਚ ਮੈਂ 37 ਐਡ ਕਰੂੰਗੀ, 3 ਤੇ 1 3 ਸੌਰੀ 7 ਤੇ 1 8, 3 3 6, ਇਹ ਬਣ ਗਿਆ 168। 168 'ਚ ਮੈਂ 31 ਐਡ ਕਰੂੰਗੀ ਤਾਂ ਇਹ ਬਣ ਜਾਣਾ ਵਾ 199/5।
ਹੁਣ 199 ਬਟਾ 5 ਨੂੰ मैं 5 ਤੇ ਡਿਵਾਈਡ ਕਰੂੰਗੀ ਤਾਂ 3 5 15, ਉਸ ਤੋਂ ਬਾਅਦ ਕਿੰਨਾ ਬਚ ਜਾਣਾ ਦੇਖੋ ਡਿਵਾਈਡ ਕਰਕੇ, ठीक है। 3 5 15, फिर हेठां बच जाना 39, ठीक है। 39 है जिहड़ा फिर किन्ने ते जाऊगा 9, 39 की नहीं गल कर सकते आप, 45 नहीं, फिर तुहाडे कोल बनूगा 49, क्योंकि आप डिवाइड करके देख लें। 199 नूं मैं किया पहला 3 ते गया 15 आ गया, उस तो बाद जे आप गल करिए इत्थे रह जाना 4, फिर आ गया 9, ठीक है। फिर किहदे ते जाऊगा ये, फिर जाऊगा 9 ते, 9 5 किन्ने हुंदे आ 45 हुंदे आ। उस तो बाद तुहाडे कोले बच जाना 49 ਦੇ ਵਿੱਚੋਂ मैं 45 माइनस करूँगी 4, मैं लाऊँगी पॉइंट तो फिर बन जाना वा 39.8, 39.8 ऑप्शन ए च पिया वा, तो ऑप्शन ए इज द राइट आंसर हो गया। अगला प्रश्न ए डी जी जे तो बाद की आवेगा, तुसी देखो ए वी सी डी ई एफ जी एच आई जे के एल एम एन ओ। वैसे एडी दूर जाने की लोड़ नहीं सी, मैं ये तुहानूं 2 मैथड दे नाल करवावांगी सम। तुसीं देखो ए तो बाद 2 छड्डे डी आ गया, ठीक है। फिर डी तो बाद 2 अखर छड्डे जी आ गया, फिर 2 अखर छड्डे जे आ गया, तो 2 अखर आपां छड्ड दिंदे आ एम आ गया, तो ऑप्शन सी इज़ द राइट आंसर है। बाई चांस स्टूडेंट्स नूं ये मैथड थोड़ा टफ लगता है, तो तुसीं की करो, तुहानूं पता है ए बी सी च 1 नंबर ते आउंदा वा, डी ए बी सी च 4 ते आउंदा वा, जी ए बी सी च 7 ते आउंदा वा, जे ए बी सी दे विच 10 ते आउंदा वा, ठीक है। तुसीं इन्हां दा डिफरेंस चैक करो, कितना डिफरेंस आ 3 दा, अगे भी 3 दा ते अगे भी 3 दा, मतलब जिहड़ा अगला नंबर होऊगा वो भी 3 दा ते अगला नंबर 3 दा किवें आ, एक देखो हुण फिर अगे, ठीक है। 1 + 3 4 बन गया, 4 + 3 7 बन गया, 7 + 3 10 बन गया, 10 + 3 13 बन गया, 13 ते हुंदा एम, तो ऑप्शन नंबर सी इज़ द राइट आंसर है एम। इस तरह भी कर सकते हो। अगला प्रश्न 1 9, हाँ जी 1 दी पावर 2, फिर 3 दी पावर 2 9 हुंदा, फिर 5 दी पावर 2 25 हुंदा, फिर 7 दी पावर 2 49 हुंदा, उस तो बाद की अखर आवेगा, ठीक है। देखो 1 33 है 9, 5 5 25, 7 7 49, पर नंबरां चों देखण तो पता लगदा कि ये की आ ऑड नंबर आ, तो 7 तो बाद किहड़ा नंबर आऊगा, टांक संख्यावां दी गिणती चल रही आ, टांक संख्यावां किहड़ी आऊगी, फिर 7 तो बाद किहड़ी हुंदी आ, 7 तो बाद हुंदी आ 9, 9 दा स्केयर कितना आऊगा 81, ठीक है। 9 तो बाद हुंदी आ 11, 11 दा स्केयर हुंदा 121, तो इत्थे दित्ता ही होया, तो ऑप्शन बी इज़ द राइट आंसर होवेगा। अगला प्रश्न जेकर ई नूं 5 लिखिया जांदा, पैन नूं 35 लिखिया जावे, तां पेज नूं की लिखिया जावेगा। जदों साडे कोल रीजनिंग दे इस तरह के सम आ जांदे आ, तुसीं नोट करना होवेगा कि ई नूं 5 किवें लिखिया गया। ई नूं 5 लिखण दा मतलब आ ए बी सी दे विच ई 5वें नंबर ते आउंदा, तां हुण असीं फिर पैन ते भी यही प्रोसैस लगावांगे। पैन पी किन्नवें नंबर ते आउंदा ए बी सी दे विच, पी दी जेकर मैं गल करां तां पी तुहाडे कोल आई थिंक 16वें नंबर ते आउंदा, फिर तुहाडे कोले ई 5 ते आउंदा ते एन आ जिहड़ा वो 14 ते आउंदा। हुण आपां इन्हां नूं ऐड करके देख लैंदे आ किन्ना बनदा वा, 6 5 11, 11 ते 4 15, ठीक है। उस तो बाद तुहाडे कोल बनूगा 3 35, 35 बन गया ना। तो हुण जिहड़ा पैन ते असीं प्रोसैस लाया यही असीं पेज ते लगा लैंदे आ, ठीक है। पी किन्ने ते हुंदा 16 ते हुंदा, ए 1 ते हुंदा, जी 7 ते हुंदा ते ई 5 ते हुंदा। हुण देखो 16 ते 1 17, 17 ते 7 24, 24 ते 5 29, तो ऑप्शन नंबर सी इज़ द राइट आंसर है। एक बार दोबारा काउंट कर लेने 7 5 12, 12 ते 1 13, 13 ते 16 29, ठीक है जी। अगला प्रश्न हाँ जी अगे तुहानूं स्टेटमेंट एंड कनक्लूजन दे विचों आया कथन दिता होया तो तुसीं सिੱਟੇ देखने आ किहड़े निकलदे आ। सब तो पहला जो कथन दिता असीं उस तो एक स्ट्रक्चर क्रिएट करांगे। कुछ हवाई जहाज़ टैक्सियां हन, ये मैं कुछ हवाई जहाज़ बना ले जिहड़े की आ एरोप्लेन आ जिहड़े, ठीक है। हवाई जहाज़ की आ टैक्सियां ने, कुछ की गल हुई है तो कुछ के लिए यही स्ट्रक्चर बनूगा ना, ये टैक्सियां ने हवाई जहाज़ आ, इन्हां दे विचों कुछ हवाई जहाज़ की आ टैक्सियां ने। फिर अगे कुछ टैक्सियां गड्डे हन, इन्हां दे विचों कुछ टैक्सियां की ने गड्डे हन, मतलब इन्नियां टैक्सियां पईयां ने जिहड़ियां की ने
ਗੱਡੇ ਆ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਇਹ ਟੈਕਸੀ ਆ, ਇਹ ਕੀ ਆ, ਗੱਡੇ ਆ, ਤੇ ਇਹ ਵਾਲੇ ਜਿਹੜੇ ਆ ਹਵਾਈ ਜਹਾਜ਼ ਟੈਕਸੀਆਂ ਨੇ। ਹੁਣ ਉਹਨਾਂ ਨੇ ਸਿੱਟਾ ਕੀ ਦਿੱਤਾ ਕਿ ਕੁਝ ਟੈਕਸੀਆਂ ਹਵਾਈ ਜਹਾਜ਼ ਹਨ, ਤਾਂ ਅਸੀਂ ਤਾਂ ਇੱਥੇ ਹੀ ਕਹਿ ਚੁੱਕੇ ਹਾਂ ਕਿ ਕੁਝ ਹਵਾਈ ਜਹਾਜ਼ ਟੈਕਸੀਆਂ ਹਨ, ਤਾਂ ਫਿਰ ਕੁਝ ਟੈਕਸੀਆਂ ਵੀ ਤਾਂ ਹਵਾਈ ਜਹਾਜ਼ ਹੋਣਗੀਆਂ। ਇੱਥੋਂ ਸਟਰਕਚਰ ਹੀ ਇਹ ਕਹਿ ਰਿਹਾ ਕਿ ਕੁਝ ਟੈਕਸੀਆਂ ਕੀ ਹੋਣਗੀਆਂ, ਹਵਾਈ ਜਹਾਜ਼ ਹੋਣਗੀਆਂ। ਮਤਲਬ ਕਿ ਇੰਨੀਆਂ ਕੁ ਹੋਣਗੀਆਂ ਜਿਹੜੀਆਂ ਪਈਆਂ ਵਾ ਸੈਂਟਰ 'ਚ, ਤਾਂ ਦੈਟ ਮੀਨਸ ਪਹਿਲਾਂ ਤਾਂ ਫੋਲੋ ਕਰ ਰਿਹਾ ਵਾ। ਅੱਗੇ ਦੂਸਰਾ ਦੇਖ ਲੈਂਦੇ ਹਾਂ, ਕੁਝ ਟੈਕਸੀਆਂ ਗੱਡੇ ਹਨ, ਤਾਂ ਕੁਝ ਟੈਕਸੀਆਂ ਗੱਡੇ ਹਨ, ਟੈਕਸੀਆਂ ਕਿੱਥੇ ਆ, ਕੁਝ ਟੈਕਸੀਆਂ ਕੁਝ ਜਹਾਜ਼ ਗੱਡੇ ਹਨ, ਜਹਾਜ਼ ਇਹ ਪਏ ਆ, ਟੈਕਸੀਆਂ ਦੂਰ ਪਈਆਂ ਨੇ। ਸਟਰਕਚਰ ਤੋਂ ਦੇਖੋ, ਅਸੀਂ ਸਟਰਕਚਰ ਉਹ ਕ੍ਰੀਏਟ ਕੀਤਾ ਜਿਹੜਾ ਕਥਨ ਕਹਿ ਰਿਹਾ ਸੀ। ਸਿੱਟੇ ਦਾ ਮਤਲਬ ਹੁੰਦਾ ਸੀ ਫੋਲੋ ਕਰਕੇ ਦੇਖਣਾ। ਕੁਝ ਜਹਾਜ਼ ਗੱਡੇ ਹਨ, ਕੀ ਇਹਦੇ 'ਚ ਹੈਗੇ ਆ, ਨਹੀਂ ਗੇ, ਦੈਟ ਮੀਨਸ ਦੂਜਾ ਫੋਲੋ ਨਹੀਂ ਕੀਤਾ, ਤਾਂ ਕੇਵਲ ਸਿੱਟਾ 1 ਹੀ ਨਿਕਲਦਾ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਪ੍ਰਸ਼ਾਂਤ ਦੇ 3 ਬੱਚੇ ਹਨ, ਸੰਗੀਤਾ, ਬਿਮਲ ਅਤੇ ਆਸ਼ੀਸ਼। ਆਸ਼ੀਸ਼ ਨੇ ਸ਼੍ਰੀਮਾਨ ਅਤੇ ਸ਼੍ਰੀਮਤੀ ਰਾਏ ਦੀ ਵੱਡੀ ਕੁੜੀ ਨਾਲ ਵਿਆਹ ਕਰਵਾਇਆ। ਰਾਏ ਪਰਿਵਾਰ ਨੇ ਆਪਣੀ ਛੋਟੀ ਕੁੜੀ ਦਾ ਵਿਆਹ ਸਭ ਤੋਂ ਵੱਡੇ ਮੁੰਡੇ ਨਾਲ ਕੀਤਾ, ਸ਼ਰਮਾ ਪਰਿਵਾਰ ਦੇ ਵੱਡੇ ਮੁੰਡੇ ਨਾਲ ਕੀਤਾ ਸੀ, ਤੇ ਉਹਨਾਂ ਦੇ ਅੱਗੇ 2 ਬੱਚੇ ਆ, ਅਮਿਤ ਅਤੇ ਸ਼ਸ਼ੀ। ਸਮੀਰ ਅਤੇ ਅਜੇ ਆਸ਼ੀਸ਼ ਅਤੇ ਮੋਨਿਕਾ ਦੇ ਮੁੰਡੇ ਹਨ। ਰਸ਼ਮੀ ਅਮਿਤ ਦੀ ਕੁੜੀ ਹੈ। ਸ਼੍ਰੀਮਤੀ ਰਾਏ ਦਾ ਆਸ਼ੀਸ਼ ਨਾਲ ਕੀ ਸੰਬੰਧ ਹੈ। ਦੇਖੋ, ਇਹ ਜੋ ਬਲੱਡ ਰਿਲੇਸ਼ਨ ਦੇ ਸਮ ਹੁੰਦੇ ਆ ਨਾ, ਇਹ ਬਹੁਤ ਵੱਡੇ ਜ਼ਿਆਦਾ ਮਾਤਰਾ ਦੇ ਵਿੱਚ ਵਧਾ ਚੜਾ ਕੇ ਲਿਖਿਆ ਹੁੰਦਾ, ਜਦ ਕਿ ਆਨਸਰ ਵਿੱਚ ਹੀ ਪਿਆ ਹੁੰਦਾ। ਦੇਖੋ, ਉਹਨਾਂ ਨੇ ਪੁੱਛਿਆ ਸ਼੍ਰੀਮਤੀ ਰਾਏ, ਤੁਸੀਂ ਦੇਖ ਸਕਦੇ ਹੋ ਇੱਥੇ, ਸ਼੍ਰੀਮਤੀ ਰਾਏ ਦਾ ਆਸ਼ੀਸ਼ ਨਾਲ ਕੀ ਸੰਬੰਧ ਆ। ਪਰ ਜੇਕਰ ਅਸੀਂ ਇੱਥੋਂ ਲਾਈਨ ਪੜ੍ਹੀਏ, ਸ਼੍ਰੀਮਾਨ ਆਸ਼ੀਸ਼, ਇੱਥੇ ਲਿਖਿਆ ਹੋਇਆ ਆਸ਼ੀਸ਼ ਨੇ ਸ਼੍ਰੀਮਾਨ ਅਤੇ ਸ਼੍ਰੀਮਤੀ ਰਾਏ ਦੀ ਵੱਡੀ ਕੁੜੀ ਨਾਲ ਵਿਆਹ ਕਰਵਾਇਆ, ਤਾਂ ਸ਼੍ਰੀਮਤੀ ਰਾਏ ਜਿਸ ਦਾ ਇੱਥੇ ਪੁੱਛਿਆ ਗਿਆ ਇਹ ਸੰਬੰਧ, ਠੀਕ ਹੈ, ਜਿਸ ਦਾ ਇੱਥੇ ਪੁੱਛਿਆ ਗਿਆ ਇਹ ਸੰਬੰਧ, ਤਾਂ ਉਹ ਕੀ ਆ, ਸ਼੍ਰੀਮਤੀ ਦੀ ਸੱਸ। ਸ਼੍ਰੀਮਤੀ ਰਾਏ ਦਾ ਆਸ਼ੀਸ਼ ਨਾਲ ਕੀ ਸੰਬੰਧ ਆ, ਸੱਸ ਦਾ ਹੀ ਸੰਬੰਧ ਹੋਇਆ ਨਾ, ਕਿਉਂਕਿ ਆਸ਼ੀਸ਼ ਨੇ ਸ਼੍ਰੀਮਾਨ ਅਤੇ ਸ਼੍ਰੀਮਤੀ ਰਾਏ ਦੀ ਵੱਡੀ ਕੁੜੀ ਨਾਲ ਵਿਆਹ ਕਰਵਾਇਆ, ਤਾਂ ਹੋਰ ਲਾਈਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ, ਤਾਂ ਸ਼੍ਰੀਮਤੀ ਰਾਏ ਦਾ ਆਸ਼ੀਸ਼ ਨਾਲ ਸੱਸ ਦਾ ਸੰਬੰਧ ਆ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ।